ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਧਰਮਪਾਲ ਸਿੰਘ, ਹਿਸਾਬ ਮਾਸਟਰ ਗਵਰਨਮੈਂਟ ਹਾਈ ਸਕੂਲ ਪਤਾਰਾ। ਵਿਦਿਆਰਥੀਓ, ਅੱਜ ਅਸੀਂ ਕਲਾਸ 7ਵੀਂ ਦਾ 5ਵਾਂ ਅਧਿਆਇ ਰੇਖਾਵਾਂ ਅਤੇ ਕੋਣ ਜਿਹੜਾ ਹੈਗਾ ਉਹਦੇ ਬਾਰੇ ਚਰਚਾ ਕਰਾਂਗੇ। ਵਿਦਿਆਰਥੀਓ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਰੇਖਾਵਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਰੇਖਾਵਾਂ ਕੀ ਹੁੰਦੀਆਂ ਹਨ, ਸ਼ੁਰੂ ਕਿੱਥੋਂ ਹੁੰਦੀਆਂ ਹਨ, ਬਿੰਦੂ ਕੀ ਹੁੰਦਾ ਹੈ, ਰੇਖਾਵਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਫਿਰ ਅਸੀਂ ਕੋਣਾਂ ਦੀ ਜਾਣਕਾਰੀ ਹਾਸਲ ਕਰਾਂਗੇ, ਕੋਣ ਕਿਸ ਤਰ੍ਹਾਂ ਦੇ ਹੁੰਦੇ ਹਨ, ਕੋਣ ਦੀਆਂ ਕਿਸਮਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ। ਠੀਕ ਹੈ ਵਿਦਿਆਰਥੀਓ, ਅੱਜ ਦਾ ਜਿਹੜਾ ਇਹ ਲੈਕਚਰ ਹੈ ਇਹ ਸਾਡਾ ਇੱਕ ਬਿਲਡਿੰਗ ਬਲੌਕ ਹੈ ਜਿਹੜੇ ਸਾਡੇ ਆਉਣ ਵਾਲੇ ਇਸ ਚੈਪਟਰ 5ਵੇਂ ਚੈਪਟਰ ਜੇਕਰ ਅਸੀਂ ਵਧੀਆ ਤਰੀਕੇ ਨਾਲ ਸਮਝਣਾ ਚਾਹੁੰਦੇ ਹਾਂ ਤੇ ਅੱਜ ਦਾ ਲੈਕਚਰ ਸਾਡੇ ਲਈ ਸਭ ਤੋਂ ਮਹੱਤਵਪੂਰਨ ਲੈਕਚਰ ਹੈ, ਕਿਉਂਕਿ ਅੱਜ ਅਸੀਂ ਹਰੇਕ ਜਿਹੜੀ ਐਕਸਰਸਾਈਜ਼ ਦੀ ਕਰਾਂਗੇ ਉਹਦੇ ਬੁਨਿਆਦੀ ਢਾਂਚਾ ਜੋ ਹੈ ਉਸ ਦੇ ਬਾਰੇ ਅਸੀਂ ਚਰਚਾ ਕਰਾਂਗੇ। ਸੋ ਵਿਦਿਆਰਥੀਓ, ਕੁਝ ਚੀਜ਼ਾਂ ਅਸੀਂ ਇਦਾਂ ਦੀਆਂ ਡਿਸਕਸ ਕਰਾਂਗੇ ਜਿਹੜੀਆਂ ਹੋ ਸਕਦਾ ਆਪ ਜੀ ਨੂੰ ਪਹਿਲਾਂ ਪਤਾ ਹੋਣ, ਜਾਂ ਕੁਝ ਚੀਜ਼ਾਂ ਇਦਾਂ ਦੀਆਂ ਹੋ ਸਕਦੀਆਂ ਜਿਹੜਾ ਆਪ ਜੀ ਨੂੰ ਲੱਗਦਾ ਹੈ ਕਿ ਆਪ ਨੂੰ ਪਤਾ ਹਨ ਲੇਕਿਨ ਉਸਦੇ ਕਨਸੈਪਟ ਥੋੜੇ ਡਿਫਰੈਂਟ ਹੈ। ਠੀਕ ਹੈ, ਜਦੋਂ ਅਸੀਂ ਉਸ ਚੀਜ਼ ਨੂੰ ਮੈਥਮੈਟੀਕਲ ਪੁਆਇੰਟ ਨਾਲ ਦੇਖਦੇ ਹਾਂ, ਹਿਸਾਬ ਦੀ ਨਜ਼ਰ ਨਾਲ ਦੇਖਦੇ ਹਾਂ ਤਾਂ ਉਹ ਚੀਜ਼ ਜਿਹੜੀ ਹੈਗੀ ਥੋੜੀ ਜੀ ਵੱਖਰੀ ਹੋ ਜਾਂਦੀ ਹੈ। ਠੀਕ ਹੈ ਵਿਦਿਆਰਥੀਓ, ਚਲੋ ਵਿਦਿਆਰਥੀਓ, ਅੱਜ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਬਿੰਦੂ ਬਣਾਇਆ ਹੈ। ਮੰਨ ਲਓ ਮੈਂ ਇਸ ਬਿੰਦੂ ਦਾ ਨਾਮ P ਰੱਖ ਦਿੱਤਾ ਹੈ। ਠੀਕ ਹੈ ਜੀ। ਅੱਛਾ, ਮੈਂ ਕਿਸੇ ਬੱਚੇ ਨੂੰ ਪੁੱਛਿਆ ਕਿ ਵਿਦਿਆਰਥੀਓ ਇਹ ਕੀ ਹੈ। ਇੱਕ ਬੱਚਾ ਬੜਾ ਇੰਟੈਲੀਜੈਂਟ ਹੈ, ਉਹ ਕਹਿੰਦਾ ਸਰ ਮੈਂ ਦੱਸਾਂ। ਮੈਂ ਕਿਹਾ ਦੱਸੋ ਬੇਟਾ ਕੀ ਹੈ। ਉਹ ਕਹਿੰਦਾ ਸਰ ਇਹ ਇੱਕ ਚੱਕਰ ਹੈ। ਬਿੰਦੂ ਨੂੰ ਕੀ ਕਹਿ ਰਿਹਾ ਕਿ ਇੱਕ ਚੱਕਰ ਹੈ। ਅੱਛਾ, ਜੇਕਰ ਮੈਂ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਾ ਤਾਂ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਸਹੀ ਲੱਗੇਗੀ। ਉਹਨੇ ਮੈਨੂੰ ਕਹਿਣਾ ਹੈ ਕਿ ਸਰ ਆਹ ਦੇਖੋ ਜੀ, ਇਹ ਇੱਕ ਛੋਟਾ ਜਿਹਾ ਚੱਕਰ ਹੈ, ਤੁਸੀਂ ਇਹਦੇ ਵਿੱਚ ਰੰਗ ਭਰ ਦਿੱਤਾ। ਠੀਕ ਹੈ ਜੀ। ਤੇ ਇਸ ਚੱਕਰ ਦਾ ਅਰਧ ਵਿਆਸ ਵੀ ਮੈਂ ਤੁਹਾਨੂੰ ਦੱਸ ਸਕਦਾ, ਇਸ ਦਾ ਵਿਆਸ ਵੀ ਦੱਸ ਸਕਦਾ ਹਾਂ। ਠੀਕ ਹੈ। ਅੱਛਾ, ਜੇਕਰ ਉਸ ਦੀ ਗੱਲ ਸੁਣੀ ਜਾਵੇ ਤਾਂ ਲੱਗਦਾ ਹੈ ਕਿ ਮਤਲਬ ਉਹ ਸਹੀ ਬੋਲ ਰਿਹਾ ਹੈ। ਕਈ ਵਿਦਿਆਰਥੀ ਇਦਾਂ ਦੇ ਹੋਣਗੇ ਜਿਹੜੇ ਕਹਿਣਗੇ ਕਿ ਨਹੀਂ ਜੀ ਠੀਕ ਹੈ ਸਰ, ਠੀਕ ਹੈ ਜੀ, ਬਿਲਕੁਲ ਠੀਕ ਹੈ, ਲੇਕਿਨ ਬਿੰਦੂ ਦੀ ਜਦੋਂ ਗੱਲ ਕਰਦੇ ਹਾਂ ਉਦੋਂ ਚੱਕਰ ਦਾ ਕਨਸੈਪਟ ਆਂਦਾ ਹੀ ਨਹੀਂ ਹੈ। ਠੀਕ ਹੈ। ਦੂਸਰੇ ਵਿਦਿਆਰਥੀ ਨੂੰ ਪੁੱਛਿਆ ਕਿ ਬੇਟਾ ਬਿੰਦੂ ਕੀ ਹੁੰਦਾ ਹੈ। ਉਹ ਕਹਿੰਦਾ ਸਰ ਬਿੰਦੂ ਜਿਹੜਾ ਹੈ ਇੱਕ ਅਜਿਹਾ ਚੱਕਰ ਹੈ ਜਿਸ ਦਾ ਅਰਧ ਵਿਆਸ 0 ਹੈ। ਫਿਰ ਮੈਂ ਉਸ ਨੂੰ ਇੱਕ ਗੱਲ ਹੋਰ ਕਹਿ ਦਿੰਦਾ ਕਿ ਬਈ ਜੇਕਰ ਬਿੰਦੂ ਇੱਕ ਅਜਿਹਾ ਚੱਕਰ ਹੈ ਜਿਸ ਦਾ ਅਰਧ ਵਿਆਸ 0 ਹੈ ਤਾਂ ਇਸ ਦਾ ਮਤਲਬ ਉਹ ਚੱਕਰ ਰਿਹਾ ਹੀ ਨਹੀਂ। ਠੀਕ ਹੈ ਜੀ। ਤੇ ਜੋ ਚੱਕਰ ਨਹੀਂ ਰਿਹਾ ਤੇ ਚੱਕਰ ਦਾ ਕੰਮ ਖਤਮ ਹੋ ਗਿਆ, ਇਸ ਦਾ ਮਤਲਬ ਉੱਥੇ ਚੱਕਰ ਦਾ ਨਾਮ ਆ ਹੀ ਨਹੀਂ ਸਕਦਾ। ਠੀਕ ਹੈ ਜੀ। ਸੋ ਬਿੰਦੂ ਦੇ ਬਾਰੇ ਸਭ ਤੋਂ ਪਹਿਲਾਂ ਯੂਕਲਿਡ ਨਾਮ ਦੇ ਇੱਕ ਮੈਥਮੈਟੀਸ਼ੀਅਨ ਹੋਏ ਨੇ, ਉਹਨਾਂ ਨੇ ਇੱਕ ਬੜੀ ਵਧੀਆ ਤੇ ਸੁਚੱਜੀ ਢੰਗ ਨਾਲ ਗੱਲ ਕਹੀ ਆ। ਉਹ ਕਹਿੰਦੇ ਜੇ ਕਿਸੇ ਚੀਜ਼ ਨੂੰ ਬਿੰਦੂ ਕਹਿ ਦਿੱਤਾ ਗਿਆ ਹੈ ਨਾ ਤੇ ਇਸ ਦਾ ਅਰਥ ਇਹ ਹੋਇਆ ਕਿ ਤੁਸੀਂ ਉਸ ਦਾ ਅਰਧ ਵਿਆਸ ਨਹੀਂ ਦੇਖੋਗੇ, ਉਸ ਨੂੰ ਚੱਕਰ ਦੇ ਰੂਪ ਚ ਨਹੀਂ ਦੇਖੋਗੇ, ਉਸ ਨੂੰ ਬਿੰਦੂ ਹੀ ਕਹੋਗੇ। ਇਸ ਦਾ ਮਤਲਬ ਇਹ ਹੋਇਆ ਵਿਦਿਆਰਥੀਓ, ਜੇਕਰ ਤੁਸੀਂ ਆਪਣੇ ਕਾਪੀ ਦੇ ਵਿੱਚ ਇੱਕ ਛੋਟਾ ਜਿਹਾ ਬਿੰਦੂ Q ਬਣਾ ਦਿੰਦੇ ਹੋ, ਠੀਕ ਹੈ ਜੀ, ਤਾਂ ਇਹ ਵੀ ਇੱਕ ਬਿੰਦੂ ਹੈ। ਇਸ ਤਰੀਕੇ ਨਾਲ ਬਿੰਦੂ ਬਣਾ ਦੋਗੇ ਤਾਂ ਇਹ ਵੀ ਬਿੰਦੂ ਹੈ। ਤੁਸੀਂ ਆਮ ਤੌਰ ਦੇ ਉੱਤੇ ਇਸ਼ਤਿਹਾਰਾਂ ਦੇ ਵਿੱਚ ਦੇਖਿਆ ਹੋਵੇਗਾ, ਲੋਕਾਂ ਨੇ ਦੀਵਾਰ ਜਿੰਨੇ ਇਸ਼ਤਿਹਾਰ ਬਣਾਏ ਹੁੰਦੇ ਉਸ ਦੇ ਵਿੱਚ ਬਿੰਦੂ ਜਿਹੜਾ ਹੈਗਾ ਉਹ ਇੰਨਾ ਵੱਡਾ ਬਿੰਦੂ ਬਣਾਇਆ ਹੁੰਦਾ। ਠੀਕ ਹੈ ਜੀ, ਇਹਨੂੰ ਕਲਰ ਕੀਤਾ ਹੁੰਦਾ ਪੂਰੇ ਨੂੰ। ਠੀਕ ਹੈ ਜੀ, ਲੇਕਿਨ ਉਹ ਬਿੰਦੂ ਹੈ। ਇਸ ਦਾ ਅਰਥ ਇਹ ਹੈ ਕਿ ਉਸ ਨੂੰ ਮੈਂ ਬਿੰਦੂ ਦੀ ਤਰ੍ਹਾਂ ਹੀ ਲਿਖਾਂਗਾ, ਉਸ ਦੇ ਵਿੱਚ ਨਾ ਮੈਂ ਉਸ ਦਾ ਅਰਧ ਵਿਆਸ ਦੇਖਾਂਗਾ ਤੇ ਨਾ ਉਸ ਦੇ ਵਿੱਚ ਕੋਈ ਹੋਰ ਚੱਕਰ ਦੀ ਜਿਹੜੀ ਹੈਗੀ ਆ ਉਹ ਜਿਹੜੀ ਪ੍ਰਾਪਰਟੀ ਦੇਖਣ ਦੀ ਕੋਸ਼ਿਸ਼ ਕਰਾਂਗਾ। ਬਿੰਦੂ ਦਾ ਅਰਥ ਹੁੰਦਾ ਹੈ ਕਿ ਉਹ ਬਿੰਦੂ ਹੈ ਸਿਰਫ। ਇਹ ਜਿਹੜੇ ਇੱਕ ਕੁਝ ਆਪਾਂ ਐਕਸੀਅਮਸ ਕਰਦੇ ਹਾਂ ਮੈਥਮੈਟਿਕਸ ਦੇ ਵਿੱਚ, ਸਵੈ ਸਿੱਧ ਕਰਦੇ ਹਾਂ, ਉਹਦੇ ਵਿੱਚ ਇਹ ਚੀਜ਼ ਮੰਨੀ ਗਈ ਹੈ ਕਿ ਜੇ ਕਿਸੇ ਚੀਜ਼ ਨੂੰ ਬਿੰਦੂ ਅੰਕਿਤ ਕੀਤਾ ਗਿਆ ਹੈ ਤਾਂ ਇਸ ਦਾ ਮਤਲਬ ਹੈ, ਮੰਨ ਲਓ ਇਹ ਬਿੰਦੂ ਅੰਕਿਤ ਕੀਤਾ ਗਿਆ ਤੇ ਇਹ ਸਿਰਫ ਆਹੀ ਚੀਜ਼ ਹੈ। ਹੁਣ ਇਹਦਾ ਸਾਈਜ਼ ਨਹੀਂ ਦੇਖਣਾ ਫਿਰ ਆਪਾਂ ਕਿ ਇੰਨਾ ਵੱਡਾ ਹੈ, ਇੰਨਾ ਛੋਟਾ ਹੈ ਜਾਂ ਮੀਡੀਅਮ ਸਾਈਜ਼ ਦਾ ਹੈ। ਠੀਕ ਹੈ ਜੀ। ਬਿੰਦੂ ਦਾ ਅਰਥ ਕੇਵਲ ਬਿੰਦੂ ਹੀ ਹੋਏਗਾ। ਉਸ ਦੇ ਵਿੱਚ ਅਸੀਂ ਉਸ ਨੂੰ ਚੱਕਰ ਦੇ ਰੂਪ ਦੇ ਵਿੱਚ ਕਦੀ ਵੀ ਨਹੀਂ ਦੇਖਾਂਗੇ। ਵਿਦਿਆਰਥੀ ਸਭ ਤੋਂ ਵੱਡੀ ਗਲਤੀ ਜਿਹੜੀ ਬਿੰਦੂ ਦੇ ਵਿੱਚ ਕਰਦੇ ਹਨ, ਬਿੰਦੂ ਨੂੰ ਚੱਕਰ ਦੇ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਆ ਵਿਦਿਆਰਥੀਓ, ਗੱਲ ਕਰਦੇ ਹਾਂ ਇੱਕ ਰੇਖਾ ਦੀ। ਠੀਕ ਹੈ ਵਿਦਿਆਰਥੀ, ਮੰਨ ਲਓ ਇਹ ਸਾਡੇ ਕੋਲ ਵਿਦਿਆਰਥੀਓ P ਹੈ। ਇੱਥੇ ਅਸੀਂ ਇੱਕ ਹੋਰ ਬਿੰਦੂ ਲੈ ਲੈਂਦੇ ਹਾਂ। ਇਸ ਬਿੰਦੂ ਨੂੰ ਮੈਂ Q ਦਾ ਨਾਮ ਦੇ ਦਿੱਤਾ। ਠੀਕ ਹੈ ਜੀ। ਮੈਂ ਇੱਕ ਬੱਚੇ ਨੂੰ ਕਿਹਾ ਬੇਟਾ ਇਹਨਾਂ ਦੇ ਵਿਚਕਾਰ ਲਾਈਨ ਖਿੱਚੋ। ਠੀਕ ਹੈ ਨਾ, ਇੱਕ ਕੋਈ ਰੇਖਾ ਖਿੱਚੋ ਇਹਨਾਂ ਦੇ ਵਿਚਕਾਰ, ਜਾਂ ਇਹਨਾਂ ਦੋ ਬਿੰਦੂਆਂ ਨੂੰ ਜੋੜੋ। ਠੀਕ ਹੈ ਨਾ, ਜਾਂ ਫਿਰ ਇਦਾਂ ਕਹਿ ਲਓ ਕਿ ਇਹ P ਹੈ, ਇਹ Q ਹੈ, ਇਹ ਮੇਰਾ ਘਰ ਹੈ, ਇਹ ਕਿਸੇ ਦੂਸਰੇ ਬੰਦੇ ਦਾ ਘਰ ਹੈ। ਮੈਂ ਕਹਿ ਰਿਹਾ ਕਿ ਮੇਰੇ ਘਰ ਤੋਂ ਉਸਦੇ ਘਰ ਤੱਕ ਜਾਣ ਦਾ ਰਸਤਾ ਕੀ ਹੈ। ਉਹ ਬੰਦਾ ਕੀ ਕਹਿ ਰਿਹਾ, ਉਹ ਕਹਿੰਦਾ ਠੀਕ ਹੈ ਸਰ ਆਹ ਗਲੀ ਜਾਂਦੀ ਹੈ ਜੀ, ਇਹ ਇੱਧਰ ਨੂੰ ਆ ਵੀ ਪਹੁੰਚ ਗਿਆ ਜੀ। ਦੂਸਰਾ ਕਹਿੰਦਾ ਸਰ ਇੱਧਰ ਗਲੀ ਮੋੜ ਆ ਗਏ ਸੀ, ਫਿਰ ਇੱਧਰ ਨੂੰ ਗਏ ਤੇ ਫਿਰ ਇੱਧਰ ਪਹੁੰਚ ਗਏ ਜੀ। ਤੀਸਰਾ ਕਹਿੰਦਾ ਜੀ ਸਰ ਇੱਕ ਹੋਰ ਚੱਕਰ ਹੈ ਜੀ, ਸ਼ਹਿਰ ਦਾ ਬਾਈਪਾਸ ਕਰੋ, ਕੋਈ ਚੌਰਾਹਾ ਕੋਈ ਕੁਝ ਨਹੀਂ ਆਉਂਦਾ, ਸਿੱਧਾ ਤੁਸੀਂ ਇੱਥੇ ਪਹੁੰਚ ਜਾਂਦੇ। ਠੀਕ ਹੈ ਜੀ। ਫਿਰ ਮੈਂ ਕਿਹਾ ਨਹੀਂ ਯਾਰ, ਇਹ ਤਾਂ ਬੜੇ ਲੰਬੇ ਨੇ ਰਸਤੇ, ਕੋਈ ਸਿੱਧਾ ਰਸਤਾ ਨਹੀਂ ਹੈਗਾ। ਸਰਕਾਰ ਨੇ ਕੀ ਕੀਤਾ, ਇੱਕ ਗਲੀ ਜੀ ਬਣਾਤੀ ਸਾਡੇ ਵਾਸਤੇ, ਜਾਂ ਕੁਝ ਮੰਨ ਲਓ ਇੱਥੇ ਕੋਈ ਤਲਾਬ ਹੈ ਛੋਟਾ ਜਿਹਾ। ਠੀਕ ਹੈ ਜੀ, ਉਹਨੂੰ ਕ੍ਰਾਸ ਕਰਨ ਲਈ ਸਰਕਾਰ ਨੇ ਪੁਲੀਆਂ ਤਿਆਰ ਕਰ ਦਿੱਤੇ। ਆ ਜਿਹੜਾ ਹੈਗਾ ਸਿੱਧਾ ਜਿਹੜਾ ਹੈਗਾ ਆ ਇਹ ਉਸ ਘਰ ਤੋਂ ਮੇਰੇ ਘਰ ਤੱਕ ਦਾ ਰਸਤਾ ਜਿਹੜਾ ਹੈਗਾ ਉਹ ਬਣ ਗਿਆ।
ठीक है। हुण देखो P ते Q ਦੇ ਵਿਚਕਾਰ ਦੀ ਗੱਲ ਅਸੀਂ ਕਰਦੇ ਹਾਂ। P ਤੇ Q ਦੇ ਵਿਚਕਾਰ ਕੀ ਹੈ ਕਿ ਸਭ ਤੋਂ ਸ਼ਾਰਟੈਸਟ ਡਿਸਟੈਂਸ, ਸਭ ਤੋਂ ਛੋਟਾ ਡਿਸਟੈਂਸ ਕਿਹੜਾ ਬਣ ਗਿਆ, ਜਿਹੜਾ ਬਿਲਕੁਲ ਸਿੱਧੇ ਤੌਰ ਦੇ ਉੱਤੇ P ਤੇ Q ਨੂੰ ਜੋੜਦਾ ਸੀ। ਲੇਕਿਨ ਇਹ ਤਾਂ ਨਹੀਂ ਕਿਹਾ ਜਾ ਸਕਦਾ ਨਾ ਕਿ ਆ ਵੀ ਰਸਤੇ ਨਹੀਂ ਹੈਗੇ, ਰਸਤੇ ਤਾਂ ਇਹ ਵੀ ਹੈਗੇ ਨੇ, ਠੀਕ ਹੈ ਜੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਮੈਂ ਸਿਰਫ ਹਲੇ ਇੱਕ ਢਾਂਚਾ ਤਿਆਰ ਕਰ ਰਿਹਾ ਕਿ ਦੋ ਬਿੰਦੂਆਂ ਨੂੰ ਆਪਸ ਦੇ ਵਿੱਚ ਜੋੜਿਆ ਜਾ ਸਕਦਾ ਹੈ, ਕਈ ਤਰੀਕਿਆਂ ਨਾਲ ਜੋੜਿਆ ਜਾ ਸਕਦਾ ਹੈ, ਠੀਕ ਹੈ ਵਿਦਿਆਰਥੀਓ। ਚਲੋ ਵਿਦਿਆਰਥੀਓ ਇਸ ਨੂੰ ਇੱਥੇ ਹੀ ਛੱਡਦੇ ਹਾਂ। ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਗੱਲ ਕਰਦੇ ਹਾਂ ਰੇਖਾ ਤੇ ਰੇਖਾ ਖੰਡ। ਉਸ ਤੋਂ ਬਾਅਦ ਮੈਂ ਦੁਬਾਰਾ ਫਿਰ ਇਹਦੇ ਵਿੱਚ ਹੀ ਆਵਾਂਗਾ ਆਪਣੇ। ਸੋ ਆਪਾਂ ਜਦੋਂ ਰੇਖਾ ਦੀ ਗੱਲ ਕਰਦੇ ਹਾਂ ਵਿਦਿਆਰਥੀਓ, ਰੇਖਾ ਦੇ ਵਿੱਚ ਅਸੀਂ ਕੀ ਕਰਦੇ ਹਾਂ, ਮੰਨ ਲਓ ਆ ਇੱਕ ਲਾਈਨ ਹੈ, ਠੀਕ ਹੈ ਜੀ। ਜਦੋਂ ਇਹਨੂੰ ਦੋਨੋਂ ਪਾਸੇ ਤੀਰ ਦਾ ਨਿਸ਼ਾਨ ਲਗਾ ਦਿੱਤਾ ਗਿਆ ਹੈ, ਦੋਨੋਂ ਪਾਸੇ ਤੀਰ ਦਾ ਨਿਸ਼ਾਨ ਲਗਾ ਦਿੱਤਾ ਗਿਆ ਹੈ, ਠੀਕ ਹੈ ਜੀ। ਤੇ ਇਹਨਾਂ ਦਾ ਮੈਂ ਨਾਮ ਰੱਖਿਆ, ਇੱਥੇ ਰੱਖ ਦੇਣਾ A, ਇੱਥੇ ਰੱਖ ਦੇਣਾ B। ਇਹ A ਤੇ B ਕਿਸੇ ਬਿੰਦੂ ਦੇ ਨਾਮ ਨਹੀਂ ਰੱਖੇ, ਮੈਂ ਇਹਨਾਂ ਦੇ ਸਿਰਿਆਂ ਦੇ ਨਾਮ ਰੱਖੇ ਨੇ ਜਿਹੜੇ ਮੈਨੂੰ ਨਹੀਂ ਪਤਾ ਕਿੱਥੇ ਨੇ, ਮੈਨੂੰ ਨਹੀਂ ਪਤਾ। ਮੈਨੂੰ ਕੋਈ ਪੁੱਛੇਗਾ ਕਿ A ਦੀ ਐਗਜ਼ੈਕਟ ਲੋਕੇਸ਼ਨ ਕੀ ਹੈ, A ਕਿੱਥੇ ਹੈ ਇਸ ਲਾਈਨ ਦੇ ਵਿੱਚ, ਤਾਂ ਮੈਂ ਨਹੀਂ ਦੱਸ ਸਕਦਾ। ਮੈਂ ਕਿਹਾ ਜੀ ਤੀਰ ਬਣਾਇਆ ਹੋਇਆ, ਜਿੱਥੇ ਤੀਰ ਖਤਮ ਹੋਏਗਾ ਉੱਥੇ A ਹੋਏਗਾ, ਜਿੱਥੇ ਤੀਰ ਖਤਮ ਹੋਏਗਾ ਉੱਥੇ B ਦਾ ਨਿਸ਼ਾਨ ਹੋਏਗਾ, ਠੀਕ ਹੈ ਜੀ। ਲੇਕਿਨ ਉਹ ਕਿੱਥੇ ਖਤਮ ਹੋਏਗਾ ਸਾਨੂੰ ਇਹ ਚੀਜ਼ ਨਹੀਂ ਪਤਾ, ਠੀਕ ਹੈ ਜੀ। ਸੋ ਰੇਖਾ ਜਿਹੜੀ ਹੈ ਇਸ ਨੂੰ ਆਪਾਂ ਰੇਖਾ ਦਾ ਨਾਮ ਦਿੱਤਾ ਗਿਆ। ਰੇਖਾ ਦਾ ਮਤਲਬ ਕੀ ਹੋਇਆ, ਰੇਖਾ ਦਾ ਮਤਲਬ ਵਿਦਿਆਰਥੀਓ ਹੋਇਆ ਕਿ ਜਦੋਂ ਇੱਕ ਲਾਈਨ, ਇੱਕ ਰੇਖਾ ਨੂੰ ਦੋਨੋਂ ਪਾਸੇ ਅਨੰਤ ਰੂਪ ਤੱਕ ਵਧਾਇਆ ਜਾ ਸਕੇ, ਠੀਕ ਹੈ ਜੀ, ਉਹਨੂੰ ਆਪਾਂ ਕੀ ਕਹਿੰਦੇ ਆ, ਰੇਖਾ ਕਹਿੰਦੇ। ਦੇਖੋ B ਨੂੰ, ਇਹ ਐਰੋ ਦਾ ਮਤਲਬ ਹੈ B ਇੱਧਰ ਨੂੰ ਵਧੀ ਜਾ ਰਿਹਾ, ਇਹ A ਦਾ ਮਤਲਬ A ਇੱਧਰ ਨੂੰ ਵਧੀ ਜਾ ਰਿਹਾ ਹੈ, ਠੀਕ ਹੈ ਜੀ। ਹੁਣ ਇਹ A ਜਿਹੜਾ ਹੈਗਾ ਇੱਥੇ ਨਹੀਂ ਹੈ, ਇਦਾਂ ਨਹੀਂ ਕਿ ਆਹ ਵਾਲੀ ਰੇਖਾ ਜਿਹੜੀ ਵੱਧ ਕੇ A ਇੱਥੇ ਚਲ ਗਈ, ਠੀਕ ਹੈ ਜੀ, ਤੇ A ਇੱਥੇ ਹੀ ਰਹੇਗਾ, ਨਹੀਂ, A ਦੇ ਨਾਲ ਇੱਥੇ ਚੱਲ ਜਾਏਗਾ, ਠੀਕ ਹੈ ਜੀ। A ਜਿਹੜਾ ਹੈਗਾ ਜਿੱਥੇ ਤੱਕ ਇਹ ਤੀਰ ਦਾ ਨਿਸ਼ਾਨ ਜਾਏਗਾ A ਉੱਥੇ ਤੱਕ ਹੀ ਜਾਏਗਾ। ਤੇ ਇਸ ਨੂੰ ਜੇ ਲਿਖਣਾ ਹੋਵੇ ਤਾਂ ਅਸੀਂ ਲਿਖਦੇ ਹਾਂ AB, ਇਹਦੇ ਉੱਤੇ ਆ ਦੋਵੇਂ ਪਾਸੇ ਤੀਰ ਦਾ ਨਿਸ਼ਾਨ ਪਾ ਦਿੰਦੇ ਆ। ਇਹਦਾ ਅਰਥ ਹੈ ਕਿ ਜਿਹੜਾ A ਹੈ ਉਹ ਵੀ ਅਨੰਤ ਰੂਪ ਤੱਕ ਅੱਗੇ ਵਧੀ ਜਾ ਰਿਹਾ, ਜਿਹੜਾ ਇਹਦਾ B ਸਿਰਾ ਹੈ ਉਹ ਵੀ ਅਨੰਤ ਰੂਪ ਤੱਕ ਅੱਗੇ ਵਧੀ ਜਾ ਰਿਹਾ, ਠੀਕ ਹੈ ਵਿਦਿਆਰਥੀਓ। ਅੱਛਾ, ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਅਸੀਂ ਆਮ ਤੌਰ ਤੇ ਜਦੋਂ ਛੋਟੇ ਹੁੰਦੇ ਸੀਗੇ, ਮੈਂ ਕਈ ਵਾਰ ਸਮਝਾਉਣ ਵਾਸਤੇ ਗੱਲ ਕਰ ਰਿਹਾ, ਆਪਾਂ ਸੂਰਜ ਬਣਾਉਂਦੇ ਆ, ਆਹ ਸੂਰਜ ਬਣਾਇਆ, ਠੀਕ ਹੈ ਜੀ। ਅਸੀਂ ਕੀ ਕਰਦੇ, ਸੂਰਜ ਦੀਆਂ ਕਿਰਨਾਂ ਬਣਾਉਂਦੇ, ਠੀਕ ਹੈ ਜੀ। ਆਹ ਦੇਖੋ ਇੱਧਰ ਨੂੰ, ਇਹ ਇੱਧਰ ਨੂੰ। ਇਹਦਾ ਅਰਥ ਕੀ ਹੁੰਦਾ ਸੀਗਾ ਕਿ ਜਿਹੜੀਆਂ ਸੂਰਜ ਦੀਆਂ ਕਿਰਨਾਂ ਆ ਉਹ ਸੂਰਜ ਤੋਂ ਨਿਕਲਦੀਆਂ ਆ, ਲੇਕਿਨ ਜਾਂਦੀਆਂ ਕਿੱਥੇ ਤੱਕ ਹੈ ਸਾਨੂੰ ਨਹੀਂ ਪਤਾ, ਠੀਕ ਹੈ ਜੀ। ਸਾਡੇ ਤੱਕ ਵੀ ਪਹੁੰਚਦੀਆਂ ਹੈ, ਜਿੱਥੇ ਧਰਤੀ ਆ ਗਈ ਧਰਤੀ ਤੋਂ ਅੱਗੇ ਤੱਕ ਵੀ ਜਾ ਸਕਦੀਆਂ ਹਨ, ਜਿੱਥੇ ਤੱਕ ਮਰਜ਼ੀ, ਠੀਕ ਹੈ ਜੀ। ਸੋ ਇਹ ਅਰਥ ਇਹ ਹੋਇਆ, ਆਪਾਂ ਇਹਨੂੰ ਕੀ ਬੋਲਦੇ ਸੀ, ਸੂਰਜ ਦੀਆਂ ਕਿਰਨਾਂ, ਠੀਕ ਹੈ ਜੀ। ਮੈਥਮੈਟਿਕਸ ਦੇ ਵਿੱਚ ਵੀ ਜੇਕਰ ਕਿਸੇ ਇੱਕ ਬਿੰਦੂ ਨੂੰ ਫਿਕਸ ਕਰ ਲਿੱਤਾ ਹੈ ਕਿ ਸ਼ੁਰੂ ਇੱਥੋਂ ਹੁੰਦਾ ਹੈ, ਤੇ ਇੱਧਰ ਦਾ ਮੈਨੂੰ ਪਤਾ ਨਹੀਂ, ਇੱਧਰ ਦਾ ਮੈਨੂੰ ਨਹੀਂ ਪਤਾ ਕਿ ਇਹ B ਕਿੱਥੇ ਤੱਕ ਵੱਧ ਸਕਦਾ, ਜਿੱਥੇ ਤੱਕ ਮਰਜ਼ੀ। ਜਦੋਂ ਸੂਰਜ ਸੀ, ਸੂਰਜ ਫਿਕਸ ਸੀਗਾ ਕਿ ਜਿੰਨੀਆਂ ਕਿਰਨਾਂ ਸ਼ੁਰੂ ਸੂਰਜ ਤੋਂ ਹੀ ਹੁੰਦੀਆਂ ਹਨ, ਲੇਕਿਨ ਇਹ ਜਿਹੜੀ ਕਿਰਨਾਂ ਖਤਮ ਕਿੱਥੇ ਹੁੰਦੀਆਂ ਹਨ ਉਹਦੇ ਬਾਰੇ ਨਹੀਂ ਸਾਨੂੰ ਪਤਾ। ਉਸ ਨੂੰ ਆਪਾਂ ਕੀ ਕਹਿੰਦੇ ਆ, ਇਹ ਇੱਕ ਕਿਰਨ ਹੈ, ਤੇ ਕਿਰਨ ਨੂੰ ਲਿਖਣ ਦਾ ਢੰਗ ਹੁੰਦਾ ਹੈ A B। ਇਹਦੇ ਵਿੱਚ ਹੁੰਦਾ ਵਿਦਿਆਰਥੀਓ A ਤੋਂ ਲੈ ਕੇ B, AB ਲਿਖਿਆ ਮੈਂ। ਇਸ ਦਾ ਅਰਥ ਹੈ ਇਹ ਚੀਜ਼ ਜਿਹੜੀ A ਤੋਂ ਸ਼ੁਰੂ ਹੋ ਕੇ B ਤੱਕ ਗਈ ਹੈ ਤੇ ਅਨੰਤ ਰੂਪ ਤੱਕ ਅੱਗੇ ਵਧ ਰਹੀ ਹੈ। ਕਿੱਧਰੋਂ ਵਧ ਰਹੀ ਹੈ, A ਤੋਂ B ਤੱਕ। ਲੇਕਿਨ ਜੇ ਇਸੇ ਹੀ ਚੀਜ਼ ਨੂੰ ਮੈਂ ਇਧਰੋਂ ਲਿਖ ਦਵਾਂ ਕਿ ਆ ਹੈ B ਬੇਟਾ ਤੁਹਾਡਾ, ਤੇ ਇਧਰਲੇ ਪਾਸੇ ਜਾਵਾਂ ਤੇ ਆ A ਹੈ, ਤਾਂ ਇਸ ਦਾ ਅਰਥ ਹੈ ਵਿਦਿਆਰਥੀਓ ਇਹ ਬਣਿਆ B A, ਤੇ ਇਹਦਾ ਅਰਥ ਹੈ ਇਹ B ਤੋਂ ਸ਼ੁਰੂ ਹੋਇਆ ਤੇ A ਦੇ ਵਿੱਚ ਅਨੰਤ ਰੂਪ ਤੱਕ ਜਿਹੜਾ ਹੈਗਾ ਉਹ ਵਧ ਰਿਹਾ ਹੈ, ਠੀਕ ਹੈ। ਸੋ ਇਹ ਕੀ ਹੁੰਦੀ ਹੈ ਵਿਦਿਆਰਥੀਓ, ਸਾਡੀ ਕਿਰਨ ਹੁੰਦੀ ਹੈ, ਠੀਕ ਹੈ। ਹੁਣ ਜੇਕਰ ਰੇਖਾ ਤੇ ਕਿਰਨ ਦੀ ਮੈਂ ਗੱਲ ਕਰ ਰਿਹਾ ਹਾਂ, ਤੇ ਇੱਥੇ ਮੈਂ ਇੱਕ ਵਾਰੀ ਇਹਨੂੰ ਇਰੇਜ਼ ਕਰਕੇ ਥੋੜਾ ਜਿਹਾ ਮੈਂ ਇੱਕ ਚੀਜ਼ ਹੋਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਵਿਦਿਆਰਥੀਓ ਤੁਹਾਨੂੰ, ਕਿ ਸਾਡੇ ਕੋਲ ਆ ਚੀਜ਼ ਆਪਾਂ ਕਹਿ ਦਿੱਤੀ ਸੀ, ਇਹਨੂੰ ਮੈਂ A ਦਾ ਨਾਮ ਵੀ ਕੱਢ ਦਿੰਦਾ, ਇਹ ਵੀ ਕੱਢ ਦਿੰਦਾ, ਤੇ ਆ ਵੀ ਕੱਢ। ਆ ਮੈਂ ਗੱਲ ਕੀਤੀ ਸੀ, ਇਹ ਕੀ ਹੈ, ਮੇਰੇ ਕੋਲ ਇੱਕ ਰੇਖਾ ਹੈ, ਠੀਕ ਹੈ। ਅੱਛਾ, ਆਪਾਂ ਜੇਕਰ ਇਸ ਰੇਖਾ ਦਾ ਕੁਝ ਹਿੱਸਾ ਲੈ ਲਈਏ, ਠੀਕ ਹੈ ਜੀ। ਮੰਨ ਲਓ ਮੈਂ ਕਹਿ ਦਿੰਦਾ ਕਿ ਨਹੀਂ ਆ A ਹੈ, ਪਹਿਲਾਂ ਮੈਂ ਇਹਨੂੰ A ਦਾ ਨਾਮ ਦਿੱਤਾ ਸੀ, ਮੈਂ ਕਿਹਾ ਆ A ਹੈ ਤੇ ਆ B ਹੈ, ਠੀਕ ਹੈ ਜੀ। ਤਾਂ ਇਹਦਾ ਅਰਥ ਇਹ ਹੋ ਗਿਆ ਕਿ ਇਹ ਇੱਕ ਫਿਕਸ ਲੈਂਥ ਹੋ ਗਈ ਆ ਜਿਹਨੂੰ ਕਿ ਅਸੀਂ ਮਾਪ ਸਕਦੇ ਹਾਂ। ਧਿਆਨ ਰੱਖੋ ਵਿਦਿਆਰਥੀਓ, ਰੇਖਾ ਨੂੰ ਮਾਪਿਆ ਨਹੀਂ ਜਾ ਸਕਦਾ, ਰੇਖਾ ਤਾਂ ਅਨੰਤ ਰੂਪ ਤੱਕ ਸਾਨੂੰ ਪਤਾ ਹੀ ਨਹੀਂ ਉਹਦੇ ਸਿਰੇ ਕਿੱਥੇ, ਤੇ ਮਾਪਾਂਗੇ ਕਿੱਦਾਂ। ਕਿਰਨ ਨੂੰ ਵੀ ਨਹੀਂ ਮਾਪਿਆ ਜਾ ਸਕਦਾ, ਕਿਉਂਕਿ ਕਿਰਨ ਦਾ ਇਹ ਤਾਂ ਪਤਾ ਸ਼ੁਰੂ ਕਿੱਥੋਂ ਹੁੰਦੀ ਹੈ, ਲੇਕਿਨ ਉਹ ਖਤਮ ਕਿੱਥੇ ਹੁੰਦੀ ਹੈ ਸਾਨੂੰ ਉਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਠੀਕ ਹੈ। ਸੋ ਵਿਦਿਆਰਥੀਓ, ਰੇਖਾ ਜਦੋਂ ਆਪਾਂ ਰੇਖਾ ਦੇ ਵਿੱਚ ਉਹਦਾ ਇੱਕ ਹਿੱਸਾ ਲੈ ਲਿਆ, ਉਹਦਾ ਇੱਕ ਖੰਡ ਲੈ ਲਿਆ, ਤੇ ਅਸੀਂ ਉਹਨੂੰ ਕੀ ਬੋਲਿਆ, ਇਹ ਹੁੰਦਾ ਵਿਦਿਆਰਥੀਓ ਰੇਖਾ ਖੰਡ। ਰੇਖਾ ਖੰਡ ਜੋ ਹੈ ਵਿਦਿਆਰਥੀਓ, ਇਹ ਰੇਖਾ ਖੰਡ ਜਦੋਂ ਵੀ ਆਪਾਂ ਦੇਖਣਾ ਹੈ ਉਸ ਦੇ ਦੋ ਸਿਰੇ ਜਿਹੜੇ ਹਨ, ਉਹ ਦੋਵੇਂ ਸਿਰੇ ਜਿਹੜੇ ਹਨ ਸਾਨੂੰ ਉਹਨਾਂ ਦੀ ਐਗਜ਼ੈਕਟ ਲੋਕੇਸ਼ਨ ਪਤਾ ਹੈ, ਭਾਵ ਕਿ ਰੇਖਾ ਖੰਡ ਨੂੰ ਮਾਪਿਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਵੀ ਅਨੰਤ ਰੂਪ, ਜ਼ਰੂਰੀ ਨਹੀਂ ਕਿ ਇਹ ਤਾਂ ਬੜੀ ਛੋਟੀ ਜਿਹੀ ਰੇਖਾ ਹੈ,
ਤੁਸੀਂ ਇਸ ਰੇਖਾ ਨੂੰ ਜਿੰਨੀ ਮਰਜ਼ੀ ਵੱਡੀ ਕਰ ਲਓ, ਇਹਦੇ ਵਿੱਚ ਮੰਨ ਲਓ ਇਸ ਰੇਖਾ ਦਾ ਨਾਮ ਜਿਹੜਾ ਹੈ ਤੁਸੀਂ L ਨਾਮ ਰੱਖ ਲਿਆ, ਜ਼ਰੂਰੀ ਨਹੀਂ ਕਿ A ਤੇ B ਰੱਖਣਾ ਹੈ। ਮੈਂ ਇਸ ਰੇਖਾ ਦਾ ਨਾਮ L ਰੱਖ ਲਿਆ ਕਿਉਂਕਿ ਸਿਰਿਆਂ ਦਾ ਤਾਂ ਮੈਨੂੰ ਪਤਾ ਨਹੀਂ ਹੈ, ਮੈਂ ਕਹਿ ਰਿਹਾ ਕਿ ਆ ਇੱਕ ਰੇਖਾ ਹੈ ਜਿਸ ਦਾ ਨਾਮ L ਹੈ, ਠੀਕ ਹੈ ਜੀ। ਇਸ ਦੇ ਵਿੱਚ ਇਸ ਦੇ ਮੈਂ ਦੋ ਸਿਰੇ ਲੈ ਲਏ, ਆ ਤੇ ਆ, ठीक है जी। ए हो गया मेरे को A, आ हो गया मेरे को B, यानी कि बड़ा भी हो सकता है। तो दूसरी गल मैं ਇਹਦੇ ਵਿੱਚ ਹੀ आ C ले लिया, आ C बन गया ते आ D बन गया। इसका अर्थ है इस ਦੇ ਵਿੱਚ ਸਾਡੇ ਕੋਲ ਕੁੱਲ ਕਿੰਨੇ ਰੇਖਾਖੰਡ ਹੋਏ, ਕਿੰਨੇ ਰੇਖਾਖੰਡ? देखो पहला रेखाखंड मेरे को की आ गया AB आ गया, देखो A ते B इतना बड़ा रेखाखंड आ गया AB। दूसरा रेखाखंड मेरे को आ गया C ते B, तीसरा रेखाखंड मेरे को आ गया D ते B, चौथा रेखाखंड देखो विद्यार्थियों पहला ABC, दूजा हुण मैं इथों की ले सकता हां AC, देखो AC आ गया, ठीक है जी। AD ले सकता हां जी विद्यार्थियों, ठीक है जी। इसी तरीके दे नाल CD लिया जा सकता है, ठीक है। कितने सारे, लेकिन इन्हां सारिਆਂ ਦਾ पता किदा लगेगा जे मान लो मैथमेटिक्स ਦੇ ਵਿੱਚ ਮੈਨੂੰ ਕਿਤੇ ਲਿਖਿਆ ਹੋਏਗਾ ਕਿ ਕੱਲਾ AB ਲਿਖਿਆ। ਮੈਂ ਤਿੰਨ ਚੀਜ਼ਾਂ ਵਿਦਿਆਰਥੀਓ ਦੱਸੀਆਂ ਤੁਹਾਨੂੰ, ਇੱਥੇ ਮੈਂ ਲਿਖ ਦਿੰਦਾ ਦੁਬਾਰਾ। ਮੈਂ ਦੱਸਿਆ AB ਇਹ ਰੇਖਾ ਸੀ, AB ਇਹ ਕਿਰਨ ਹੈ ਤੇ AB ਇਹ ਰੇਖਾਖੰਡ ਹੈ। जेकर मेनू लिखा होगा कला AB लिखा होगा तो मैं नहीं दस सकता कि की रेखा है कि रेखाखंड, लेकिन जेकर AB एक रेखा है ਤਾਂ ਉਸ ਨੂੰ ਇਸ ਤਰੀਕੇ ਨਾਲ ਡੋਨੇਟ ਕੀਤਾ ਜਾਂਦਾ ਹੈ। ਇਸ ਦਾ ਅਰਥ ਹੁੰਦਾ ਹੈ ਕਿ A ਜਿਹੜਾ ਹੈ ਉਹ ਵੀ ਅਨੰਤ ਰੂਪ ਵਿੱਚ ਅੱਗੇ ਵਧਦਾ ਹੈ, B ਜਿਹੜਾ ਹੈ ਉਹ ਵੀ ਅਨੰਤ ਰੂਪ ਵਿੱਚ ਅੱਗੇ ਵਧ ਰਿਹਾ ਹੈ, ਠੀਕ ਹੈ। ਜਦੋਂ ਮੈਂ ਰੇਖਾਖੰਡ ਦੀ ਗੱਲ ਕਰਦਾ ਹਾਂ, ਸੌਰੀ ਕਿਰਨ ਦੀ ਗੱਲ ਕਰਦਾ ਹਾਂ, ਉਹਦੇ ਉੱਤੇ ਮੈਂ ਇੱਕ ਸਾਈਡ ਤੇ ਐਰੋ ਪਾਉਂਦਾ ਹਾਂ। ਇੱਕ ਸਾਈਡ ਤੇ ਐਰੋ ਪਾਉਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਇਹਦੇ ਵਿੱਚ A ਬਿੰਦੂ ਫਿਕਸ ਹੈ ਤੇ AB ਇਹ A ਤੋਂ ਲੈ ਕੇ B ਤੱਕ ਅਨੰਤ ਰੂਪ ਵਿੱਚ ਅੱਗੇ ਵਧ ਰਿਹਾ ਹੈ। ਤੀਸਰੇ ਦੇ ਵਿੱਚ ਰੇਖਾਖੰਡ ਹੈ, ਰੇਖਾਖੰਡ ਦੇ ਵਿੱਚ ਮੈਂ ਇਦਾਂ ਪਾਣਾ, ਇਹਦਾ ਮਤਲਬ ਇਹ ਹੋਇਆ ਕਿ ਇਹ ਅਨੰਤ ਰੂਪ ਵਿੱਚ ਨਹੀਂ ਵਧ ਰਹੇ, ਇਦਾਂ ਇਧਰਲਾ ਸਿਰਾ A ਹੈ, ਇਧਰਲਾ ਸਿਰਾ B ਹੈ। ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਇਹਨਾਂ ਸਾਰਿਆਂ ਦੇ ਨਾਮ ਲਿਖਣੇ ਸ਼ੁਰੂ ਕੀਤੇ, ਮੈਂ ਕਿਹਾ ਜੀ ਆ AB ਰੇਖਾਖੰਡ, ਇਹਦਾ ਪਹਿਲਾ ਸਿਰਾ A ਦੂਜਾ ਸਿਰਾ B, ਫਿਰ CB ਰੇਖਾਖੰਡ, ਪਹਿਲਾ ਸਿਰਾ C ਦੂਜਾ ਸਿਰਾ B, ਤੀਜਾ DB ਰੇਖਾਖੰਡ, ਪਹਿਲਾ ਸਿਰਾ D ਦੂਜਾ B, ਫਿਰ AC, ਫਿਰ AD, ਫਿਰ CD ਐਂਡ ਸੋ ਔਨ, ਜਿੰਨੇ ਮਰਜ਼ੀ ਲਿਖੀ ਚਲੋ। ਇਹਨਾਂ ਸਾਰਿਆਂ ਨੂੰ ਅਸੀਂ ਰੇਖਾਖੰਡ ਜਿਹੜੇ ਹੈਗੇ ਕਹਿੰਦੇ ਹਾਂ। ਅੱਛਾ ਵਿਦਿਆਰਥੀਓ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ, ਤੁਸੀਂ ਕਹਿੰਦੇ ਹੋਣੇ ਕਿ ਬਈ ਅੱਜ ਤੱਕ ਅਸੀਂ ਜਦੋਂ ਗੱਲ ਕੀਤੀ ਹੈ ਅਸੀਂ ਰੇਖਾ ਦੀ ਗੱਲ ਕਰਦੇ ਹਾਂ, ਠੀਕ ਹੈ। ਹਮੇਸ਼ਾ ਆਪਾਂ ਕਹਿੰਦੇ ਆ ਲਾਈਨ ਖਿੱਚੋ ਜੀ, ਇੱਧਰ ਨੂੰ ਲਾਈਨ ਖਿੱਚੋ, ਇੱਧਰ ਨੂੰ ਲਾਈਨ ਖਿੱਚੋ, ਇੱਧਰ ਨੂੰ ਲਾਈਨ ਖਿੱਚੋ, ਲੇਕਿਨ ਸਰ ਉਹ ਤਾਂ ਛੋਟੀਆਂ-ਛੋਟੀਆਂ ਹੁੰਦੀਆਂ ਹਨ। ਇਹ ਵਿਦਿਆਰਥੀਓ ਬੋਲਣ ਦੇ ਵਿੱਚ ਜਿਹੜੀ ਹੈਗੀ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਕਰਦੇ ਹਾਂ, ਉਹਦਾ ਜਿਹੜਾ ਹੈ ਇਹ ਨਤੀਜਾ ਹੈ। ਚਲੋ ਆਪਾਂ ਇਸ ਚੀਜ਼ ਨੂੰ ਥੋੜਾ ਹੋਰ ਅੱਗੇ ਤੱਕ ਸਮਝਦੇ ਹਾਂ। ਇਹ ਕੀ ਹੋ ਸਕਦਾ? ਦੇਖੋ ਵਿਦਿਆਰਥੀਓ ਰੇਖਾ ਪਤਾ ਲੱਗ ਗਈ ਸਾਨੂੰ, ਕਿਰਨ ਪਤਾ ਲੱਗ ਗਈ ਸਾਨੂੰ, ਰੇਖਾਖੰਡ ਪਤਾ ਲੱਗ ਗਏ ਸਾਨੂੰ, ਠੀਕ ਹੈ। ਆਮ ਬੋਲਚਾਲ ਦੇ ਵਿੱਚ ਅਸੀਂ ਕੀ ਕਹਿੰਦੇ ਆ ਵਿਦਿਆਰਥੀਓ 4 ਸੈਂਟੀਮੀਟਰ ਲੰਬੀ ਇੱਕ ਰੇਖਾ ਖਿੱਚੋ, ਠੀਕ ਹੈ। ਮੈਂ ਕਹਿੰਦਾ ਮੰਨ ਲਓ 4 ਸੈਂਟੀਮੀਟਰ, ਆ 4 ਸੈਂਟੀਮੀਟਰ ਲੰਬੀ ਇੱਕ ਰੇਖਾ ਖਿੱਚ ਲਈ। ਅਸਲ ਦੇ ਵਿੱਚ ਇਹ ਰੇਖਾਖੰਡ ਹੈ, ਠੀਕ ਹੈ ਜੀ। ਕੋਈ ਬਹੁਤ ਵੱਡੀ ਰੇਖਾ ਹੋਏਗੀ, ਠੀਕ ਹੈ, ਇਸੇ ਲਾਈਨ ਦੇ ਉੱਤੇ ਇਹਨੂੰ ਅੱਗੇ ਅਨੰਤ ਰੂਪ ਤੱਕ ਅੱਗੇ ਵਧਾ ਦਈਏ, ਇਹ ਬਹੁਤ ਵੱਡੀ ਰੇਖਾ ਹੋਏਗੀ, ਠੀਕ ਹੈ ਜੀ। ਉਹਦੇ ਵਿੱਚ ਮੈਂ ਇੱਕ 4 ਸੈਂਟੀਮੀਟਰ ਲੰਬਾ ਰੇਖਾਖੰਡ ਲਿਆ ਆ, ਉਸ ਰੇਖਾ ਦਾ ਹਿੱਸਾ ਆ ਜਿਹੜੀ A ਤੇ B ਨੂੰ ਅਨੰਤ ਰੂਪ ਵਿੱਚ ਸੱਜੇ ਤੇ ਖੱਬੇ ਪਾਸੇ ਵਧਾ ਦਈਏ ਆਪਾਂ, ਤੇ ਉਹਦੇ ਵਿੱਚੋਂ ਜਿਹੜਾ ਉਹਦਾ 4 ਸੈਂਟੀਮੀਟਰ ਦਾ ਆਪਾਂ ਖੰਡ ਲਿਆ ਪੋਰਸ਼ਨ, ਉਹ AB ਨੂੰ ਦਰਸਾਉਂਦਾ ਹੈ। ਅੱਛਾ ਵਿਦਿਆਰਥੀਓ ਹੁਣ ਮੈਂ ਆਣਾ ਦੁਬਾਰਾ ਫਿਰ ਆਪਣੇ A ਤੇ B ਰਸਤੇ ਵਾਲੇ ਪਰ, ਠੀਕ ਹੈ। ਅਸੀਂ ਗੱਲ ਕੀਤੀ ਸੀ, ਮੈਂ ਕਿਹਾ ਸੀਗਾ ਕਿ ਆਹ P ਹੈ, ਆਹ Q ਹੈ, ਠੀਕ ਹੈ ਨਾ। P ਦਾ ਘਰ ਹੈ, Q ਦਾ ਘਰ ਹੈ, ਕਈ ਰਸਤੇ ਨੇ। ਪਹਿਲਾ ਰਸਤਾ ਆ ਸੀਗਾ, ਦੂਜਾ ਰਸਤਾ ਆ ਹੋ ਸਕਦਾ, ਤੀਜਾ ਰਸਤਾ ਆ ਘੁਮਾ ਕੇ ਤਾਂ ਹੋ ਸਕਦਾ, ਤੇ ਇੱਕ ਰਸਤਾ ਬਣਾਇਆ ਸੀ ਇਹ ਵਾਲਾ ਰਸਤਾ। ਜੇਕਰ ਵਿਦਿਆਰਥੀਓ ਕਿਸੇ ਬੱਚੇ ਨੂੰ ਇਹ ਪੁੱਛਿਆ ਜਾਵੇ ਕਿ P ਤੋਂ ਲੈ ਕੇ Q ਤੱਕ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ P ਤੋਂ ਲੈ ਕੇ Q ਤੱਕ, ਤੇ ਤੁਹਾਡੇ ਕੋਲ ਕਿੰਨੇ ਰਸਤੇ ਹਨ ਜਾਣ ਦੇ? ਤਾਂ ਕਈ ਰਸਤੇ ਬਣ ਸਕਦੇ ਨੇ। ਇਹ ਤਾਂ ਮੈਂ ਸਿਰਫ 4 ਰਸਤੇ ਬਣਾਏ ਨੇ, ਰਸਤੇ ਅਨੰਤ ਹੋ ਸਕਦੇ ਨੇ, ਆਪਾਂ ਨੂੰ ਪਤਾ ਹੈਗਾ। ਇਵਨ ਤੁਸੀਂ ਵੈਸੇ ਜਨਰਲੀ ਗੱਲ ਕਰੋ, ਤੁਸੀਂ ਉਹ ਤੁਹਾਡੇ ਫਰੈਂਡ ਦਾ ਘਰ ਹੈ, ਤੁਸੀਂ ਕਹੋ ਜੀ ਤੁਸੀਂ ਆਪਣੇ ਫਰੈਂਡ ਦੇ ਘਰ ਜਾਣਾ, ਮੈਂ ਕਹਿੰਦਾ ਤੁਸੀਂ ਧਰਤੀ ਦਾ ਦੂਸਰਾ ਚੱਕਰ ਕੱਢ ਕੇ ਨਾ ਆਪਣੇ ਫਰੈਂਡ ਦੇ ਘਰ ਚਲ ਜਾਓ, ਰਸਤਾ ਦਾ ਰਸਤਾ ਹੀ ਆ, ਜਿੰਨਾ ਮਰਜ਼ੀ ਵੱਡਾ ਹੋ ਸਕਦਾ, ਜਿੰਨਾ ਮਰਜ਼ੀ ਛੋਟਾ ਹੋ ਸਕਦਾ। ਲੇਕਿਨ ਜੇਕਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ 2 ਪੁਆਇੰਟਾਂ ਦੇ ਵਿਚਕਾਰ ਦਾ ਸਭ ਤੋਂ ਛੋਟਾ ਰਸਤਾ ਕਿਹੜਾ ਹੋਏਗਾ, ਉਹ ਉਹਨਾਂ ਦੋਨਾਂ ਦੇ ਵਿਚਕਾਰ ਖਿੱਚੀ ਗਈ ਸਿੱਧੀ ਰੇਖਾ ਜਿਹੜੀ ਹੈ ਉਹ ਹੋਏਗੀ। ਇਹ ਕੀ ਚੀਜ਼ ਹੋਏਗੀ? ਸਿੱਧੀ ਰੇਖਾ। ਇਸ ਦਾ ਅਰਥ ਹੋ ਗਿਆ, ਦੇਖੋ ਜਿਹੜੀ ਇਹ ਦੋਨਾਂ ਪੁਆਇੰਟਾਂ ਦੇ ਵਿਚਕਾਰ ਸਿੱਧੀ ਰੇਖਾ ਹੋਏਗੀ, ਉਹ ਜਿਹੜਾ ਹੈਗਾ ਇਹਨਾਂ ਦਾ ਸ਼ਾਰਟੈਸਟ ਯਾਨੀ ਕਿ ਸਭ ਤੋਂ ਛੋਟਾ ਡਿਸਟੈਂਸ ਹੋਏਗਾ। ਤੇ ਜਿਹੜੇ ਆਹ ਵਾਲੇ ਟੇਢੀਆਂ ਰੇਖਾਵਾਂ ਜਾ ਰਹੀਆਂ ਹਨ, ਜਿਹਨਾਂ ਨੂੰ ਕਰਵਡ ਲਾਈਨ ਕਹਿੰਦੇ ਆ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਵਕਰ ਰੇਖਾ, ਠੀਕ ਹੈ ਜੀ। ਸੋ ਰੇਖਾਵਾਂ ਦੀਆਂ ਵੀ ਫਰਦਰ ਆਪਾਂ 2 ਕਿਸਮਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਕਿ ਬਈ ਇੱਕ ਤਾਂ ਰੇਖਾ ਉਹਦੀ ਜਿਹੜੀ ਸਿੱਧੀ ਰੇਖਾ ਚੱਲਦੀ ਹੈਗੀ, ਦੂਸਰੀ ਕਰਵਡ ਰੇਖਾ। ਕਰਵਡ ਰੇਖਾ ਦਾ ਮਤਲਬ ਜਿਵੇਂ ਆਪਾਂ ਬਣਾਈ ਆ, ਕਰਵ ਬਣਾਈ ਹੋਈ ਹੈ, ਠੀਕ ਹੈ ਜੀ। ਆਪਾਂ ਇਹਨੂੰ ਥੋੜਾ ਜਿਹਾ ਮੋੜਿਆ ਹੋਇਆ ਹੈ, ਇਹ ਸਿੱਧੀ ਨਹੀਂ ਹੈ, ਸਟ੍ਰੇਟ ਲਾਈਨ ਨਹੀਂ ਹੈ। ਇਹਨੂੰ ਦੀ ਸਕੇਲ ਦੇ ਨਾਲ ਮਾਪਣ ਦੀ ਕੋਸ਼ਿਸ਼ ਕਰੋਗੇ ਤਾਂ ਨਹੀਂ ਮਾਪ ਪਾਉਂਗੇ, ਠੀਕ ਹੈ ਜੀ।
ਤੇ ਜਿਹੜੀ ਸਿੱਧੀ ਰੇਖਾ ਹੁੰਦੀ ਹੈ ਉਹਨੂੰ ਤੁਸੀਂ ਸਕੇਲ ਦੇ ਨਾਲ ਮਾਪ ਸਕਦੇ ਹੋ। ਠੀਕ ਹੈ ਵਿਦਿਆਰਥੀਓ, ਇਹ ਸਿਰਫ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਸਿੱਧੀ ਰੇਖਾ ਕਿਹੜੀ ਹੁੰਦੀ ਹੈ ਤੇ ਵਕਰ ਰੇਖਾ ਜਿਹੜੀ ਹੈਗੀ ਉਹ ਕਿਹੜੀ ਹੁੰਦੀ ਹੈ। ਆਮ ਰੇਖਾਵਾਂ ਦੋਨੇ ਹੀ ਨੇ, ਕੋਈ ਨਹੀਂ ਕਹਿ ਰਿਹਾ ਕਿ ਇਹ ਰੇਖਾ ਨਹੀਂ ਹੈਗੀ ਤੇ ਆਹ ਰੇਖਾ ਨਹੀਂ ਹੈਗੀ। ਠੀਕ ਹੈ ਜੀ, ਇਹ ਥੋੜੀ ਨਾ ਗੱਲ ਹੁੰਦੀ ਆ ਕਿ ਆਪਾਂ ਕਹੀਏ ਕਿ ਸਿਰਫ ਆਹ ਰੇਖਾ ਹੈ ਜੀ, ਦੂਸਰਾ ਬੱਚਾ ਕਹਿੰਦਾ ਸਰ ਆ ਵੀ ਤਾਂ ਰੇਖਾ ਹੀ ਆ। ਠੀਕ ਹੈ ਜੀ, ਆ ਵੀ ਤਾਂ ਰੇਖਾ ਹੀ ਆ। ਜੇਕਰ ਆਪਾਂ ਰੇਖਾ ਦੀ ਡੈਫੀਨੇਸ਼ਨ ਕਰੀਏ ਤਾਂ ਰੇਖਾ ਜਿਹੜੀ ਹੈਗੀ ਆ ਉਹਨਾਂ ਸਾਰੇ ਪੁਆਇੰਟਾਂ ਦਾ ਸਮੂਹ ਹੁੰਦਾ ਹੈ। ਦੇਖੋ ਛੋਟੇ ਛੋਟੇ ਬਿੰਦੂ ਹੈ, ਇਹਦੇ ਉੱਤੇ ਬਿੰਦੂ ਅਨੰਤ ਬਿੰਦੂ ਨੇ ਇਸ ਰੇਖਾ ਦੇ ਉੱਤੇ, ਉਹਨਾਂ ਸਾਰੇ ਬਿੰਦੂਆਂ ਨੂੰ ਆਪਸ ਦੇ ਵਿੱਚ ਜੋੜ ਕੇ ਰੇਖਾ ਬਣੀ ਆ। ਹੁਣ ਇਸੇ ਤਰੀਕੇ ਦੇ ਨਾਲ ਇੱਥੇ ਵੀ ਤਾਂ ਉਹੀ ਚੀਜ਼ ਹੈ, ਇੱਥੇ ਵੀ ਤਾਂ ਅਨੰਤ ਬਿੰਦੂ ਨੇ, ਉਹਨਾਂ ਅਨੰਤ ਬਿੰਦੂਆਂ ਨੂੰ ਆਪਸ ਦੇ ਵਿੱਚ ਜੋੜ ਕੇ ਹੀ ਆ ਰੇਖਾ ਬਣੀ ਹੈ। ਠੀਕ ਹੈ ਜੀ, ਸੋ ਰੇਖਾ ਦੀਆਂ ਜਿਹੜੀਆਂ ਦੋ ਟਾਈਪਸ ਨੇ ਉਹ ਕਿਹੜੀਆਂ ਕਿਹੜੀਆਂ ਸਾਡੇ ਕੋਲ ਆ ਗਈਆਂ। ਪਹਿਲੀ ਚੀਜ਼ ਹੈ ਸਾਡੇ ਕੋਲ ਸਿੱਧੀ ਰੇਖਾ, ਦੂਜੀ ਚੀਜ਼ ਆਈ ਸਾਡੇ ਕੋਲ ਵਕਰ ਰੇਖਾ। ਠੀਕ ਹੈ, ਚਲੋ ਅਸੀਂ ਆਮ ਤੌਰ ਦੇ ਵਿੱਚ ਜਿਓਮੈਟਰੀ ਦੇ ਵਿੱਚ ਜਿਹੜੀ ਚੀਜ਼ ਇਸਤੇਮਾਲ ਕਰਦੇ ਹਾਂ ਉਹਦੇ ਵਿੱਚ ਆਪਾਂ ਸਿੱਧੀ ਰੇਖਾ ਦਾ ਇਸਤੇਮਾਲ ਜਿਹੜਾ ਹੈਗਾ ਉਹ ਜ਼ਿਆਦਾ ਕਰਦੇ ਹਾਂ। ਠੀਕ ਹੈ ਜੀ, ਵਕਰ ਰੇਖਾ ਦਾ ਇਸਤੇਮਾਲ ਵੀ ਹੁੰਦਾ ਹੈ ਜਦੋਂ ਆਪਾਂ ਚੱਕਰ ਬਣਾਉਂਦੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ। ਦੇਖੋ ਆਹ ਚੀਜ਼ ਬਣਾਈ ਹੈ, ਆਹ ਚੀਜ਼ ਬਣਾਈ ਹੋਈ ਆ ਆਪਾਂ। ਠੀਕ ਹੈ ਜੀ, ਜਾਂ ਫਿਰ ਤੁਸੀਂ ਕੋਈ ਵੀ ਹੋਰ ਸ਼ੇਪ ਜਾਂ ਡਰਾਇੰਗ ਕਿਤੇ ਕਰਦੇ ਹੋ ਤਾਂ ਤੁਸੀਂ ਸਿੱਧੀ ਰੇਖਾ ਦਾ ਘੱਟ ਇਸਤੇਮਾਲ ਕਰਦੇ ਹੋ, ਵਕਰ ਰੇਖਾਵਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਇਸਤੇਮਾਲ ਕੀਤੀਆਂ ਜਾਂਦੀਆਂ। ਠੀਕ ਹੈ, ਚਲੋ ਆਓ ਵਿਦਿਆਰਥੀਓ ਚੱਲਦੇ ਹਾਂ ਹੁਣ ਇਸ ਤੋਂ ਅਗਲੇ ਟੌਪਿਕ ਵੱਲ। ਇਸ ਤੋਂ ਅਗਲਾ ਟੌਪਿਕ ਆਪਣੇ ਕੋਲ ਕੀ ਹੋ ਸਕਦਾ ਹੈ ਵਿਦਿਆਰਥੀਓ। ਦੇਖੋ ਹਜੇ ਤੱਕ ਅਸੀਂ ਕੀ ਕੀਤਾ, ਸਭ ਤੋਂ ਪਹਿਲਾਂ ਅਸੀਂ ਦੇਖਿਆ ਕਿ ਬਿੰਦੂ ਕੀ ਹੁੰਦਾ ਹੈ, ਫਿਰ ਅਸੀਂ ਦੇਖਿਆ ਕਿਰਨ ਕੀ ਹੁੰਦਾ ਹੈ, ਫਿਰ ਅਸੀਂ ਕਿਰਨ ਤੋਂ ਬਾਅਦ ਅਸੀਂ ਗੱਲ ਕੀਤੀ ਰੇਖਾ ਤੇ ਰੇਖਾ ਦੇ ਖੰਡ ਦੀ, ਰੇਖਾ ਖੰਡ ਦੀ ਗੱਲ ਕੀਤੀ ਸੀ। ਹੁਣ ਅਸੀਂ ਜੇਕਰ ਰੇਖਾਵਾਂ ਦੀ ਵੱਖਰੀ ਵੱਖਰੀ ਕਿਸਮਾਂ ਦੀ ਗੱਲ ਕਰੀਏ ਤਾਂ ਇੱਕ ਸਭ ਤੋਂ ਕਾਮਨ ਕਿਸਮ ਜਿਹੜੀ ਸਾਨੂੰ ਦੇਖਣ ਨੂੰ ਆਉਂਦੀ ਹੈ ਉਹ ਆਉਂਦੀ ਹੈ ਜੇਕਰ ਆਹ ਦੋ ਰੇਖਾਵਾਂ ਅਸੀਂ ਇਸ ਢੰਗ ਨਾਲ ਬਣਾ ਲਈਏ। ਠੀਕ ਹੈ ਜੀ, ਇਹਨਾਂ ਨੂੰ ਅਸੀਂ ਬੋਲਦੇ ਹਾਂ ਸਮਾਨਾਂਤਰ ਰੇਖਾਵਾਂ। ਸਮਾਨਾਂਤਰ ਰੇਖਾਵਾਂ, ਦੇਖੋ ਵਿਦਿਆਰਥੀਓ ਸਮਾਨਾਂਤਰ ਰੇਖਾਵਾਂ ਜਿਹੜੀਆਂ ਹੈਗੀਆਂ ਆ ਉਹ ਅਸਲ 'ਚ ਹੈ ਕੀ ਹੈ। ਸਭ ਤੋਂ ਪਹਿਲਾਂ ਇਹ ਚੀਜ਼ ਸਮਝਣੀ ਪਏਗੀ, ਇਸ ਦਾ ਜਵਾਬ ਇਸ ਦੇ ਨਾਮ ਤੇ ਛੁਪਿਆ ਹੋਇਆ ਹੈ। ਸਮਾਨਾਂਤਰ ਯਾਨੀ ਕਿ ਸਮਾਨਾਂਤਰ ਦਾ ਮਤਲਬ ਕੀ ਹੋਇਆ। ਦੇਖੋ ਇਹਦਾ ਮਤਲਬ ਕੀ ਹੋਇਆ, ਇਹਦਾ ਮਤਲਬ ਹੁੰਦਾ ਸਮਾਨ ਅੰਤਰ। ਸਮਾਨ ਅੰਤਰ ਯਾਨੀ ਕਿ ਉਹ ਰੇਖਾਵਾਂ ਜਿਹੜੀਆਂ ਹਮੇਸ਼ਾ ਇੱਕ ਦੂਜੇ ਤੋਂ ਇੱਕ ਨਿਸ਼ਚਿਤ ਦੂਰੀ ਤੱਕ ਰਹਿੰਦੀਆਂ ਹਨ। ਠੀਕ ਹੈ ਜੀ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਸਮਾਨਾਂਤਰ ਰੇਖਾਵਾਂ ਕਹਿੰਦੇ ਹਾਂ। ਲੇਕਿਨ ਨਿਸ਼ਚਿਤ ਦੂਰੀ ਦਾ ਮਤਲਬ ਆ ਨਹੀਂ ਹੈ ਕਿ ਤੁਸੀਂ ਟੇਢੀਆਂ ਲਾਉਣੀਆਂ ਸ਼ੁਰੂ ਕਰ ਦਿਓ। ਠੀਕ ਹੈ ਜੀ, ਅਸੀਂ ਇਹਦਾ ਹਮੇਸ਼ਾ ਪਰਪੈਂਡੀਕੂਲਰ ਡਿਸਟੈਂਸ ਜਿਹੜਾ ਹੈਗਾ, ਲੰਬ ਜਿਹੜਾ ਹੈਗਾ ਉਹ ਡਿਸਟੈਂਸ ਲੈਂਦੇ ਆ ਕਿ ਲੰਬ ਡਿਸਟੈਂਸ ਇਹਨਾਂ ਦਾ ਕਿੰਨਾ ਹੈਗਾ, ਲੰਬ ਦੂਰੀ ਕਿੰਨੀ ਹੈਗੀ ਇਹਨਾਂ ਦੀ, ਉਹ ਲੰਬ ਦੂਰੀ ਸਾਰਿਆਂ ਦੀ ਬਰਾਬਰ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਦੇਖੋ ਇਹ ਲੰਬ ਦੂਰੀ ਵੀ ਉਨੀ ਹੋਣੀ ਚਾਹੀਦੀ, ਮੰਨ ਲਓ 4 ਸੈਂਟੀਮੀਟਰ ਹੈ ਤਾਂ ਇਹ ਵੀ 4 ਸੈਂਟੀਮੀਟਰ ਹੋਣੀ ਚਾਹੀਦੀ, ਆ ਵੀ 4, ਆ ਵੀ 4, ਆ ਵੀ 4 ਤੇ ਅੱਗੇ ਤੱਕ ਜਦੋਂ ਵੀ ਇਹਨਾਂ ਰੇਖਾਵਾਂ ਨੂੰ, ਦੇਖੋ ਇਹ ਰੇਖਾਵਾਂ ਹੈ ਅਨੰਤ ਰੂਪ ਤੱਕ ਵਧਾਈਆਂ ਜਾ ਸਕਦੀਆਂ ਹੈ। ਜਿੱਥੇ ਮਰਜ਼ੀ ਤੁਸੀਂ ਚਲ ਜਾਓ, ਉਹਨਾਂ ਦੇ ਵਿਚਕਾਰ ਦੀ ਜਿਹੜੀ ਲੰਬ ਦੂਰੀ ਹੈ ਜੇਕਰ ਉਹ ਬਰਾਬਰ ਆਉਂਦੀ ਹੈ ਤਾਂ ਉਹਨਾਂ ਰੇਖਾਵਾਂ ਨੂੰ ਅਸੀਂ ਕੀ ਬੋਲਦੇ ਹਾਂ, ਸਮਾਨਾਂਤਰ ਰੇਖਾਵਾਂ ਬੋਲਦੇ ਹਾਂ। ਠੀਕ ਹੈ ਵਿਦਿਆਰਥੀਓ, ਚਲੋ ਸਮਾਨਾਂਤਰ ਰੇਖਾਵਾਂ ਤੋਂ ਬਾਅਦ ਅਸੀਂ ਚੱਲਦੇ ਹਾਂ ਲੰਬ ਰੇਖਾਵਾਂ ਵੱਲ। ਦੇਖੋ ਲੰਬ ਕੀ ਹੁੰਦੀਆਂ, ਆਹ ਦੇਖੋ ਆਹ ਚੀਜ਼ ਹੋ ਗਈ ਨਾ। ਹੁਣ ਆਪਾਂ ਇਹਦੇ ਵਿੱਚ ਲੰਬ ਦੂਰੀ ਦੀ ਗੱਲ ਤਾਂ ਕਰ ਲਈ ਕਿ ਲੰਬ ਦੂਰੀ, ਲੇਕਿਨ ਉਹ ਹੁੰਦਾ ਕੀ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਦੇਖੋ ਵਿਦਿਆਰਥੀਓ, ਜੇਕਰ ਅਸੀਂ ਆਹ ਇੱਕ ਰੇਖਾ ਖਿੱਚੀ ਹੈ, ਠੀਕ ਹੈ ਜੀ, ਇਸ ਰੇਖਾ ਦੇ ਆਪਾਂ ਬਿਲਕੁਲ 90 ਡਿਗਰੀ ਦੇ ਕੋਣ ਤੇ, ਕੋਣ ਕੀ ਹੁੰਦੇ ਹਨ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ। ਵੈਸੇ ਤੁਹਾਨੂੰ ਮੈਂ ਥੋੜਾ ਜਿਹਾ ਕਨਸੈਪਟ ਪਹਿਲਾਂ ਲੈ ਕੇ ਚੱਲ ਰਿਹਾ ਹਾਂ। ਜੇਕਰ ਦੋ ਰੇਖਾਵਾਂ ਇੱਕ ਦੂਜੇ ਨੂੰ 90 ਡਿਗਰੀ ਦੇ ਉੱਤੇ ਕੱਟਦੀਆਂ ਹੋਣ ਜਾਂ ਇੱਕ ਦੂਜੇ ਉੱਪਰ ਬਿਲਕੁਲ ਸਿੱਧੀਆਂ ਹੋਣ, ਠੀਕ ਹੈ ਜੀ, 90 ਡਿਗਰੀ ਦੇ ਉੱਤੇ ਕੱਟਦੀਆਂ ਹੋਣ ਜਾਂ ਫਿਰ ਬਿਲਕੁਲ ਸਿੱਧੀਆਂ ਹੋਣ ਇੱਕ ਦੂਜੇ ਦੇ, ਦੇਖੋ ਇਸ ਤੇ ਇਸ ਢੰਗ ਦੇ ਨਾਲ ਬਿਲਕੁਲ ਸਿੱਧੀਆਂ ਹੋਣ ਤਾਂ ਉਹਨਾਂ ਦੋਨਾਂ ਰੇਖਾਵਾਂ ਨੂੰ ਆਪਸ ਵਿੱਚ ਕੀ ਕਹਿੰਦੇ ਹਨ, ਲੰਬ ਰੇਖਾਵਾਂ ਕਹਿੰਦੇ ਹਨ। ਯਾਨੀ ਕਿ ਜਦੋਂ ਵੀ ਇੱਕ ਦੂਜੇ ਨੂੰ ਕੱਟਣਗੀਆਂ ਤਾਂ ਉਹ ਕਿੱਥੇ ਕੱਟਣਗੀਆਂ, ਇੱਕ ਦੂਜੇ ਨੂੰ 90 ਡਿਗਰੀ ਦੇ ਕੱਟਣਗੀਆਂ। ਸੋ ਇਸ ਤੋਂ ਪਹਿਲਾਂ ਤੁਹਾਨੂੰ ਵੈਸੇ ਤਾਂ ਇਸ ਤੋਂ ਪਹਿਲਾਂ ਮੈਨੂੰ ਇਹ ਦੱਸਣਾ ਚਾਹੀਦਾ ਸੀ ਕਿ ਕਾਟਵੀਂ ਰੇਖਾਵਾਂ ਕੀ ਹੁੰਦੀਆਂ ਹਨ। ਠੀਕ ਹੈ ਜੀ, ਦੇਖੋ ਆਹ ਦੋ ਰੇਖਾਵਾਂ ਹੋ ਗਈਆਂ, ਇਹਨੂੰ ਮੰਨ ਲਓ A, ਆ ਮੰਨ ਲਓ B, ਆ C ਆ ਤੇ ਆ D ਆ। ਆਹ ਦੋ ਰੇਖਾਵਾਂ ਹੈਗੀਆਂ ਆ, ਇਹਨਾਂ ਨੂੰ ਕਾਟਵੀਆਂ ਰੇਖਾਵਾਂ ਕਿਉਂ ਕਹਿ ਰਹੇ ਆ। ਦੇਖੋ ਇਹ ਦੋਵੇਂ ਰੇਖਾਵਾਂ ਇੱਕ ਦੂਜੇ ਨੂੰ ਕਿਸੇ ਇੱਕ ਕਾਮਨ ਬਿੰਦੂ ਉਹਦੇ ਉੱਤੇ ਕੱਟਦੀਆਂ ਹਨ ਤੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਕਾਟਵੀਆਂ ਰੇਖਾਵਾਂ ਕਹਿੰਦੇ ਹਨ। ਦੇਖੋ ਆਮ ਤੌਰ ਦੇ ਉੱਤੇ ਜੇਕਰ ਸਿੱਧੀ ਤੇ ਸਰਲ ਭਾਸ਼ਾ ਦੇ ਵਿੱਚ ਕਹੀਏ, ਜ਼ਿਆਦਾ ਡੀਪਲੀ ਨਾ ਜਾਂਦੇ ਹੋਏ ਸਿੱਧੀ ਤੇ ਸਰਲ ਭਾਸ਼ਾ ਦੇ ਵਿੱਚ ਕਹੀਏ ਕਿ ਦੋ ਰੇਖਾਵਾਂ ਜਿਹੜੀਆਂ, ਦੋ ਸਿੱਧੀਆਂ ਰੇਖਾਵਾਂ, ਸਟ੍ਰੇਟ ਲਾਈਨਸ ਦੀ ਗੱਲ ਕਰ ਰਿਹਾ ਮੈਂ, ਦੋ ਸਿੱਧੀਆਂ ਰੇਖਾਵਾਂ ਇੱਕ ਦੂਜੇ ਨੂੰ ਕੇਵਲ ਤੇ ਕੇਵਲ ਇੱਕ ਬਿੰਦੂ ਤੇ ਕੱਟਦੀਆਂ ਹਨ। ਠੀਕ ਹੈ ਜੀ, ਲੇਕਿਨ ਇੱਕ ਬੱਚਾ ਕਹਿੰਦਾ ਕਿ ਸਰ ਜ਼ਰੂਰੀ ਥੋੜੀ ਨਾ ਹੈਗੀ ਹੈ ਜੀ। ਆਹ ਦੇਖੋ ਜੀ, ਆਹ ਪਹਿਲੀ ਰੇਖਾ ਆ ਤੇ ਆਹੀ ਦੂਜੀ ਰੇਖਾ ਹੋ ਗਈ, ਯਾਨੀ ਕਿ ਆਹ A ਸੀ, ਆਹ B ਸੀ, ਇੱਕ ਹੋਰ ਇੱਧਰ ਨੂੰ ਕਰ ਲਓ, ਇੱਧਰ ਕਰ ਲਓ, ਸਰ ਆਹ C ਹੋ ਗਈ ਤੇ ਆਹ D ਹੋ ਗਈ। ਠੀਕ ਹੈ ਜੀ, ਇਹਦਾ ਮਤਲਬ ਤਾਂ ਇਹ ਜੀ ਕਈ ਬਿੰਦੂਆਂ ਤੇ ਕੱਟਦੀਆਂ ਵੀ ਇੱਕ ਦੂਜੇ ਨੂੰ, ਇਕੱਲੇ ਇੱਕ ਬਿੰਦੂ ਥੋੜੀ ਤੇ ਕੱਟਦੀਆਂ ਪਈਆਂ। ਦੇਖੋ ਇਹ ਤਾਂ ਹੋ ਗਿਆ ਨਾ ਜਦੋਂ ਇੱਕ ਰੇਖਾ ਦੂਜੀ ਰੇਖਾ ਦੇ ਬਿਲਕੁਲ ਉੱਪਰ ਆ ਗਈ। ਠੀਕ ਹੈ ਜੀ, ਇਹ ਤਾਂ ਕੋਲੀਨੀਅਰ ਹੋ ਗਈਆਂ। ਠੀਕ ਹੈ ਜੀ, ਆਪਾਂ ਇਹਨਾਂ ਦੀ ਗੱਲ ਨਹੀਂ ਕਰਦੇ। ਠੀਕ ਹੈ, ਆਪਾਂ ਇਹ ਐਕਸੈਪਸ਼ਨ ਕੇਸ ਹੈ, ਆਪਾਂ ਥੋੜੀ ਦੇਰ ਲਈ ਇਹਨੂੰ ਛੱਡ ਦਿੰਦੇ ਆ। ਆਪਾਂ ਇਹਨੂੰ ਥੋੜੇ ਜਿਹੇ ਕਿਸੇ ਕੋਣ ਦੇ ਉੱਤੇ ਲੈ ਕੇ ਕੱਟਦੇ ਆ ਕਿ ਸਿੱਧਾ ਇਦਾਂ ਨਹੀਂ ਕੱਟਣਾ, ਇਹਨੂੰ ਕਿਸੇ ਨਾ ਕਿਸੇ ਕੋਣ ਦੇ ਉੱਤੇ ਕੱਟੋ ਤਾਂ ਅਸੀਂ ਦੇਖਾਂਗੇ ਕਿ ਜਿਹੜੀਆਂ ਸਿੱਧੀਆਂ ਰੇਖਾਵਾਂ ਹੁੰਦੀਆਂ ਉਹ ਕੇਵਲ ਇੱਕ ਪੁਆਇੰਟ ਤੇ ਹੀ ਕੱਟਦੀਆਂ ਹਨ,
ਜੇਕਰ ਉਹ ਇੱਕ ਕਾਟਵੀਆਂ ਰੇਖਾਵਾਂ ਉਹਨਾਂ ਨੂੰ ਕਹਿੰਦੇ ਹਾਂ। ਠੀਕ ਹੈ, ਜਿਹੜੀਆਂ ਇਹ ਰੇਖਾਵਾਂ ਹੁੰਦੀਆਂ ਇਹ ਤਾਂ ਦੇਖੋ ਸਰਲ ਰੇਖਾਵਾਂ ਹੁੰਦੀਆਂ ਨੇ, ਇੱਕ ਰੇਖਾ ਦੇ ਉੱਪਰ ਹੀ ਦੂਸਰੀ ਰੇਖਾ ਜਿਹੜੀ ਹੈਗੀ ਉਹ ਰੱਖ ਦਿੱਤੀ ਮੈਂ। ਠੀਕ ਹੈ ਜੀ, ਕੱਟੀਆਂ ਨਹੀਂ ਹੈ ਮੈਂ, ਇੱਕ ਦੇ ਉੱਪਰ ਹੀ ਦੂਸਰੀ ਰੱਖ ਲਈਆਂ, ਉਹ ਤਾਂ ਹਰ ਪੁਆਇੰਟ ਤੇ ਇੱਕ ਦੂਜੇ ਨੂੰ ਕੱਟ ਰਹੀਆਂ ਹੈ। ਠੀਕ ਹੈ, ਅਸਲ ਦੇ ਵਿੱਚ ਕਾਟਵੀਂ ਰੇਖਾ ਤਾਂ ਉਹਨੂੰ ਕਵਾਂਗੇ ਨਾ ਜਿਹੜੀ ਇੱਕ ਦੂਜੇ ਨੂੰ ਕੱਟੇਗੀ ਕਿਸੇ ਪੁਆਇੰਟ ਦੇ ਵਿੱਚ ਆ ਕੇ। ਠੀਕ ਹੈ ਜੀ, ਤੇ ਜਿਹੜੀ ਕੱਟੇਗੀ ਉਹਨੂੰ ਆਪਾਂ ਇਸ ਢੰਗ ਦੇ ਨਾਲ ਇੱਥੇ ਕੀ ਕਹਿੰਦੇ ਆ, ਕਾਟਵੀਆਂ ਰੇਖਾਵਾਂ। ਇਹੀ ਕਾਟਵੀਆਂ ਰੇਖਾਵਾਂ ਜਦੋਂ ਇੱਕ ਦੂਜੇ ਨੂੰ 90 ਡਿਗਰੀ ਦੇ ਉੱਤੇ ਕੱਟਦੀਆਂ ਹਨ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਲੰਬ ਰੇਖਾਵਾਂ ਕਹਿੰਦੇ ਹਾਂ। ਸੋ ਪਿਆਰੇ ਵਿਦਿਆਰਥੀਓ, ਆ ਜਿਹੜੀ ਚੀਜ਼ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਬਈ ਅੱਜ ਦੇ ਵਿੱਚ ਆਪਾਂ ਆਮ ਤੌਰ ਦੇ ਵਿੱਚ ਜਦੋਂ ਵੀ ਕੋਈ ਚੀਜ਼ ਸ਼ੁਰੂ ਕਰਦੇ ਹਾਂ ਅਸੀਂ ਕੀ ਕਰਦੇ ਹਾਂ ਵਿਦਿਆਰਥੀਓ, ਅਸੀਂ ਬੇਸਿਕ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਠੀਕ ਹੈ, ਅਸੀਂ ਦੇਖੋ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕੀ ਕੀਤਾ, ਅਸੀਂ ਇਹ ਦੇਖਿਆ ਕਿ ਬਿੰਦੂ ਕੀ ਹੁੰਦਾ ਹੈ ਸਭ ਤੋਂ ਪਹਿਲਾਂ। ਠੀਕ ਹੈ, ਬੜੀ ਵੱਡੀ ਚੀਜ਼ ਹੁੰਦੀ ਹੈ, ਬੱਚੇ ਜਿੰਨਾ ਮਰਜ਼ੀ ਪੜ੍ਹਨ ਅੱਗੇ ਚੱਲ ਜਾਣ ਲੇਕਿਨ ਕਿਸੇ ਨੂੰ ਪੁੱਛੋ ਕਿ ਬੇਟਾ ਬਿੰਦੂ ਕੀ ਹੈ ਦੱਸਣ ਵਿੱਚ ਅਸਮਰਥ ਹੋ ਜਾਂਦਾ ਕਈ ਵਾਰੀ। ਠੀਕ ਹੈ, ਫਿਰ ਅਸੀਂ ਗੱਲ ਕੀਤੀ ਰੇਖਾ ਦੀ। ਠੀਕ ਹੈ, ਅਸੀਂ ਇਕੱਲੀ ਰੇਖਾ ਦੀ ਗੱਲ ਨਹੀਂ ਕੀਤੀ, ਅਸੀਂ ਰੇਖਾ ਦੀ ਗੱਲ ਨਹੀਂ ਕੀਤੀ, ਅਸੀਂ ਕਿਰਨ ਦੀ ਗੱਲ ਕੀਤੀ, ਅਸੀਂ ਰੇਖਾ ਖੰਡ ਦੀ ਗੱਲ ਕੀਤੀ ਆ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਜੇ ਰੇਖਾਵਾਂ ਦੀ ਵੱਖਰੀ ਵੱਖਰੀ ਟਾਈਪਸ ਦੀ ਗੱਲ ਕਰੀਏ ਤਾਂ ਅਸੀਂ ਇਹ ਦੇਖਿਆ ਕਿ ਸਿੱਧੀ ਰੇਖਾ ਕਿਹੜੀ ਹੁੰਦੀ ਆ, ਵਕਰ ਰੇਖਾ ਕਿਹੜੀ ਹੁੰਦੀ ਆ। ਠੀਕ ਹੈ, ਤੇ ਉਸ ਤੋਂ ਬਾਅਦ ਅਸੀਂ ਰੇਖਾਵਾਂ ਜਦੋਂ ਇਹ ਦੋ ਰੇਖਾਵਾਂ ਜਾਂ ਦੋ ਤੋਂ ਵੱਧ ਰੇਖਾਵਾਂ ਜਿਹੜੀਆਂ ਹੁੰਦੀਆਂ ਇੱਕ ਦੂਜੇ ਦੇਖੋ ਸਮਾਨਤਾ ਰੇਖਾਵਾਂ ਦੀ ਗੱਲ ਕੀਤੀ ਸੀ। ਮੰਨ ਲਓ ਆ ਰੇਖਾ ਪਹਿਲੀ, ਦੂਜੀ ਆ, ਤੀਜੀ ਆ, ਚੌਥੀ ਆ। ਠੀਕ ਹੈ ਜੀ, ਜੇਕਰ ਇਹਨਾਂ ਦਾ ਸਾਰਿਆਂ ਦਾ ਆਪਸੀ ਜਿਹੜਾ ਲੰਬ ਦੂਰੀ ਹੈ ਉਹ ਬਰਾਬਰ ਹੈ ਸਾਰਿਆਂ ਦੀ, ਇਹਦੀ ਤੇ ਇਹਦੀ, ਇਹਦੀ ਤੇ ਇਹਦੀ, ਇਹਦੀ ਤੇ ਇਹਦੀ, ਇਹਦੀ ਤੇ ਇਹਦੀ, ਇਹਦਾ ਮਤਲਬ ਸਾਰੀਆਂ ਰੇਖਾਵਾਂ ਇੱਕ ਦੂਜੇ ਦੇ ਸਮਾਨਾਂਤਰ ਹੋ ਸਕਦੀਆਂ। ਇਸੇ ਤਰੀਕੇ ਨਾਲ ਲੰਬ ਰੇਖਾ ਕੱਲੀ ਇੱਕ ਨਹੀਂ, ਜਿੰਨੀਆਂ ਮਰਜ਼ੀ ਆ ਮੰਨ ਲਓ ਦੂਸਰੀ ਆ, ਤੀਸਰੀ ਆ, ਲੇਕਿਨ ਇਹ ਸਾਰੀਆਂ ਜਿਹੜੀਆਂ ਹੈਗੀਆਂ ਇੱਕ ਦੂਜੇ ਨੂੰ ਲੰਬ ਹੈ ਇੱਕ ਦੂਜੇ ਦੇ ਉੱਤੇ, ਤਾਂ ਇਹ ਵੀ ਸਾਰੀਆਂ ਲੰਬ ਰੇਖਾਵਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਇਹਦੇ ਉੱਤੇ ਲੰਬ ਰੇਖਾਵਾਂ ਹਨ। ਠੀਕ ਹੈ ਜੀ, ਇਹ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਸੋ ਵਿਦਿਆਰਥੀਓ ਇਹ ਸੀ ਰੇਖਾਵਾਂ ਦੀ ਗੱਲ। ਤੇ ਆਓ ਵਿਦਿਆਰਥੀਓ ਹੁਣ ਥੋੜਾ ਜਿਹਾ ਅਸੀਂ ਕੋਣ ਦੇ ਬਾਰੇ ਵੀ ਚਰਚਾ ਕਰ ਲਈਏ ਕਿ ਕੋਣ ਕੀ ਹੈ ਤੇ ਕਿਵੇਂ ਕੋਣ ਬਣਦਾ ਹੈ। ਠੀਕ ਹੈ ਵਿਦਿਆਰਥੀਓ, ਕੋਣ ਦੀ ਜਦੋਂ ਵੀ ਅਸੀਂ ਗੱਲ ਕਰਨੀ ਹੈ ਅਸੀਂ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਅਸੀਂ ਕਿਸ ਦੀ ਗੱਲ ਕਰਦੇ ਹਾਂ, ਅਸੀਂ ਇੱਕ ਘੜੀ ਦੀ ਗੱਲ ਕਰਦੇ ਹਾਂ। ਠੀਕ ਹੈ, ਦੇਖੋ ਵਿਦਿਆਰਥੀਓ ਆ ਮੈਂ ਇੱਕ ਘੜੀ ਚੱਕ ਲਈ। ਠੀਕ ਹੈ ਜੀ, ਆਪਾਂ ਇੱਕ ਛੋਟੀ ਜਿਹੀ ਘੜੀ ਬਣਾ ਲੈਂਦੇ ਆ। ਠੀਕ ਹੈ ਜੀ, ਇੱਥੇ ਆਪਾਂ ਨਾਮ ਲੈਂਦੇ 12, 1 2 3 4 5 6 7 8 9 10 11 ਤੇ 12। ਠੀਕ ਹੈ, ਘੜੀ ਦੀਆਂ ਦੋ ਸੂਈਆਂ ਹੁੰਦੀਆਂ। ਠੀਕ ਹੈ ਜੀ, ਅਸੀਂ ਕੀ ਕਰਦੇ ਹਾਂ, ਮੈਂ ਇੱਥੇ ਲੈ ਲੈਣਾ ਆ ਮੰਨ ਲਓ ਲਗਭਗ ਆ ਘੜੀ ਦੀਆਂ ਦੋਵੇਂ ਸੂਈਆਂ। ਠੀਕ ਹੈ ਜੀ, ਬੱਚੇ ਕਹਿਣਗੇ 3:15 ਜਾਂ 3:16 ਦੇ ਲਗਭਗ ਇਹ ਹੋ ਸਕਦਾ ਹੈ। ਠੀਕ ਹੈ ਜੀ, ਇਹਨੂੰ ਥੋੜਾ ਇੱਥੇ ਕਰ ਲੈਂਦੇ, 3 ਇੱਥੇ ਹੈ, ਇਹ 3:16 ਜਿਹੜਾ ਹੈ ਵਿਦਿਆਰਥੀਓ ਹੋ ਸਕਦਾ ਹੈ। ਲੇਕਿਨ ਮੈਂ ਚਲੋ ਟਾਈਮ ਨਹੀਂ ਗੱਲ ਕੀਤੀ, ਮੈਂ ਕਹਿੰਦਾ ਘੜੀ ਦੇ ਦੋ ਸੂਈਆਂ ਇਦਾਂ ਦੀਆਂ ਹੋ ਗਈਆਂ, ਇੱਕ ਛੋਟੀ ਸੂਈ ਹੈ ਤੇ ਇੱਕ ਵੱਡੀ ਸੂਈ ਹੈ। ਠੀਕ ਹੈ, ਅੱਛਾ ਵਿਦਿਆਰਥੀਓ ਇਹ ਜਿਹੜੀਆਂ ਦੋ ਸੂਈਆਂ ਹਨ, ਠੀਕ ਹੈ, ਜੇਕਰ ਇਹਨਾਂ ਨੂੰ ਦੇਖੋ ਆਪਾਂ ਧਿਆਨ ਨਾਲ ਦੇਖੀਏ ਇਹ ਕਿਹੜੀ ਚੀਜ਼ ਨਜ਼ਰ ਆ ਰਹੀ ਤੁਹਾਨੂੰ, ਕੀ ਇਹ ਤੁਹਾਨੂੰ ਇੱਕ ਰੇਖਾ ਨਜ਼ਰ ਆ ਰਹੀ ਹੈ, ਰੇਖਾ ਖੰਡ ਨਜ਼ਰ ਆ ਰਿਹਾ ਹੈ ਕਿ ਕਿਰਨ ਨਜ਼ਰ ਆ ਰਹੀ ਹੈ। ਠੀਕ ਹੈ ਜੀ, ਤੁਸੀਂ ਦੇਖੋਗੇ ਇਹ ਦੋ ਕਿਰਨਾਂ ਨੇ, ਪਹਿਲੀ ਆ ਤੇ ਦੂਸਰੀ ਆਇਆ, ਕਿਉਂਕਿ ਇਸ ਦਾ ਇੱਕ ਸਿਰਾ ਤਾਂ ਫਿਕਸ ਹੈ ਲੇਕਿਨ ਦੂਸਰੇ ਸਿਰੇ ਦੇ ਉੱਤੇ ਐਰੋ ਦਾ ਨਿਸ਼ਾਨ ਬਣਿਆ ਹੈ, ਯਾਨੀ ਕਿ ਉਸ ਨੂੰ ਅੱਗੇ ਤੱਕ ਵਧਾਇਆ ਜਾ ਸਕਦਾ ਹੈ। ਜੇਕਰ ਅਸੀਂ ਇਹਨਾਂ ਦੋ ਕਿਰਨਾਂ ਨੂੰ, ਘੜੀ ਦੀ ਸੂਈ ਕਿੱਧਰ ਨੂੰ ਚੱਲਦੀ ਹੈ ਬੱਚੇ, ਇੱਧਰ ਨੂੰ, ਇਸ ਨੂੰ ਜੇਕਰ ਅਸੀਂ ਇਸ ਨੂੰ ਘੜੀ ਦੀ ਉਲਟ ਦਿਸ਼ਾ ਵੱਲ ਇਹਨੂੰ ਵਧਾਈਏ, ਯਾਨੀ ਕਿ ਇਹਨੂੰ ਫਿਕਸ, ਇਹਨੂੰ ਇੱਥੇ ਰਹਿਣ ਦੇਈਏ ਤੇ ਜਿਹੜੀ ਮਿੰਟ ਵਾਲੀ ਸੂਈ ਸੀਗੀ ਉਹਨੂੰ ਥੋੜਾ ਜਿਹਾ ਆਪਾਂ ਏਦਾਂ ਕਰ ਦਈਏ, ਆ ਹੈ ਜੀ ਮਿੰਟ ਵਾਲੀ ਸੂਈ। ਠੀਕ ਹੈ ਜੀ, ਯਾਨੀ ਕਿ 3:05 ਲਗਭਗ ਜਿਹੜੇ ਹੋਏ ਆ, 5 ਜਾਂ 6 ਮਿੰਟ ਜਿਹੜੇ ਉਹ ਹੋਏ ਹੋਣਗੇ। ਠੀਕ ਹੈ ਜੀ, 3:05 6 ਮਿੰਟ ਜਿਹੜਾ ਇਹ ਦੋ ਕਿਰਨਾਂ ਦੇ ਵਿਚਕਾਰ ਦਾ, ਕਦੋਂ, ਮੇਰੀ ਗੱਲ ਸੁਣੋ, ਜਦੋਂ ਕਿਰਨਾਂ ਐਂਟੀ ਕਲੌਕਵਾਈਜ਼ ਯਾਨੀ ਕਿ ਘੜੀ ਦੀ ਦਿਸ਼ਾ ਦੇ ਉਲਟ ਵੱਲ ਲੈ ਕੇ ਜਾ ਰਹੇ ਆਪਾਂ, ਵੈਸੇ ਨੀਚੇ ਨੂੰ ਵੀ ਲੈ ਕੇ ਜਾ ਸਕਦੇ ਹਾਂ ਲੇਕਿਨ ਐਂਗਲ ਦੀ ਇੱਕ ਪ੍ਰੋਪਰ ਕਨਵੈਨਸ਼ਨ ਹੁੰਦੀ ਹੈ। ਠੀਕ ਹੈ ਜੀ, ਜਦੋਂ ਆਪਾਂ ਦੋ ਕਿਰਨਾਂ ਨੂੰ ਵਿੱਚੋਂ ਇੱਕ ਕਿਰਨ ਨੂੰ ਘੜੀ ਦੀ ਉਲਟ ਦਿਸ਼ਾ ਦੇ ਵੱਲ ਲੈ ਕੇ ਜਾਈਏ ਤਾਂ ਉਹਨਾਂ ਦੇ ਵਿਚਕਾਰ ਜਿਹੜਾ ਆ ਖਾਲੀ ਜਗ੍ਹਾ ਬਚੀ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਕੋਣ ਕਹਿੰਦੇ ਹਾਂ। ਠੀਕ ਹੈ ਜੀ, ਤੇ ਕਿਉਂਕਿ ਹਲੇ ਆਪਣੀ ਕਲਾਸ ਛੋਟੀ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਇਹ ਦੱਸ ਦਿੰਦਾ ਕਿ ਕੋਣ ਦਾ ਜਿਹੜਾ ਬੇਸਿਕ ਮਾਪਕ ਹੈ ਉਹ ਕੀ ਹੁੰਦਾ ਹੈ, ਡਿਗਰੀ, ਯਾਨੀ ਕਿ ਕੋਣ ਨੂੰ ਅਸੀਂ ਕਿਹਦੇ ਵਿੱਚ ਮਾਪਦੇ ਹਾਂ, ਡਿਗਰੀ ਦੇ ਵਿੱਚ ਜਿਹੜਾ ਹੈਗਾ ਕੋਣ ਨੂੰ ਮਾਪਿਆ ਜਾਂਦਾ ਹੈ। ਠੀਕ ਹੈ ਵਿਦਿਆਰਥੀਓ, ਹੁਣ ਇਹਦੇ ਵਿੱਚ ਦੇਖੋ ਕਿ ਕੋਣ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਆਪਾਂ ਕਈ ਚੀਜ਼ਾਂ ਕਹਿ ਸਕਦੇ ਹਾਂ। ਮੰਨ ਲਓ ਸਾਡੇ ਕੋਲ ਘੜੀ ਪਈ ਹੋਈ ਆ, ਠੀਕ ਹੈ ਜੀ, ਅਸੀਂ ਇਸ ਘੜੀ ਦੇ ਵਿੱਚ ਹੀ ਆ ਮੰਨ ਲਓ ਚੀਜ਼ ਆ, ਹੁਣ ਮੈਂ ਇੱਥੇ ਨਾਮ ਨਹੀਂ ਲੈਂਦਾ, ਆ ਪਹਿਲੀ ਸੂਈ ਸੀਗੀ, ਆ ਦੂਸਰੀ ਸੂਈ ਹੈ ਜੀ, ਮਿੰਟ ਦੀ। ਹੋਰ ਕੀ ਹੋ ਸਕਦਾ ਜੀ ਘੜੀ ਦੇ ਵਿੱਚ, ਆ ਘੜੀ ਹੈ ਜੀ, ਇਹਦੇ ਵਿੱਚ ਆ ਸੀ ਦੂਸਰੀ ਸੂਈ ਐਗਜ਼ੈਕਟ ਆ ਸਕਦੀ ਹੈ ਜੀ। ਠੀਕ ਹੈ ਜੀ, ਤੇ ਹੋਰ ਕੀ ਹੋ ਸਕਦਾ ਹੈ ਜੀ ਘੜੀ ਦੇ ਵਿੱਚ, ਮੈਂ ਬਿਲਕੁਲ ਹਲਕਾ ਫੁਲਕਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ। ਆ ਵੱਡੀ ਸੂਈ ਹੈ ਜੀ ਤੇ ਆ ਛੋਟੀ ਸੂਈ ਹੈ, ਮੰਨ ਲਓ ਇਹ ਇੱਕ ਸੀ ਇੱਥੇ ਲਿਖਿਆ। ਠੀਕ ਹੈ ਜੀ, ਆ ਚੀਜ਼ ਹੈ, ਇੱਥੇ 12 ਹੈ, ਇੱਥੇ 3 ਹੈ, ਇੱਥੇ 12 ਹੈ। ਠੀਕ ਹੈ ਜੀ, ਇੱਥੇ 3 ਲਗਾ ਲਓ, ਇੱਥੇ 9 ਲਗਾ ਲਓ। ਠੀਕ ਹੈ ਜੀ,
तो आ चीज ਜਿਹੜੀ ਹੈਗੀ ਆਪਣੇ ਕੋਲ 3-4 ਘੜੀਆਂ ਦੇ ਮੈਂ ਸਿਰਫ ਕੋਣਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਜਦੋਂ ਵੀ ਕੋਣਾਂ ਨੂੰ ਸਮਝਾਈਏ ਤਾਂ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਕਿ ਉਹਨਾਂ ਦੇ ਵਿਚਕਾਰ ਦਾ ਜਿਹੜਾ ਦੋ ਸੂਈਆਂ ਦੇ ਵਿਚਕਾਰ ਦਾ ਐਂਗਲ ਉਹ ਕਿਰਨਾਂ ਦਾ ਕੰਮ ਕਰਕੇ ਆਪਾਂ ਉਹਨੂੰ ਕੋਣ ਬੜੇ ਅੱਛੇ ਤਰੀਕੇ ਨਾਲ ਦਰਸਾ ਸਕਦੇ ਹਾਂ। ਇਹਦੇ ਵਿੱਚ ਤਾਂ ਮੈਂ ਤੁਹਾਨੂੰ ਸਮਝਾਇਆ ਕਿ ਜਦੋਂ ਵੀ ਇੱਕ ਸੂਈ ਨੂੰ ਘੜੀ ਦੇ ਉਲਟ ਦਿਸ਼ਾ ਵੱਲ ਲੈ ਕੇ ਜਾਈਏ ਤਾਂ ਵਿਚਕਾਰ ਜਿਹੜੀ ਚੀਜ਼ ਬਚੀ ਹੋਈ ਆ ਉਸ ਨੂੰ ਅਸੀਂ ਕਿਹਦਾ ਨਾਮ ਦਿੰਦੇ ਹਾਂ? ਕੋਣ ਦਾ ਨਾਮ ਦਿੰਦੇ ਹਾਂ। ਠੀਕ ਹੈ, ਹੁਣ ਕੋਣ ਦੇ ਵਿੱਚ ਕਈ ਕਿਸਮਾਂ ਹੋ ਸਕਦੀਆਂ ਜਿਵੇਂ ਆ ਵੀ ਇੱਕ ਕਿਸਮ ਹੈ ਕੋਣ ਦੀ, ਆ ਵੀ ਇੱਕ ਕਿਸਮ ਹੈ ਕੋਣ ਦੀ ਤੇ ਇੱਕ ਚੀਜ਼ ਨੂੰ ਮੈਂ ਚਲੋ ਮੈਂ ਇਹਨੂੰ ਇਦਾਂ ਕਰ ਲੈਣਾ, ਆ ਚੀਜ਼ ਕਰ ਲੈਣਾ। ਠੀਕ ਹੈ, ਆ ਵੀ ਕੋਣ ਹੈ, ਇੱਥੇ ਆ ਕੋਣ ਹੈ। ਠੀਕ ਹੈ ਜੀ, ਇੱਥੇ ਆ ਕੋਣ ਹੈ। ਇੱਥੇ ਦੇਖੋ ਸਭ ਤੋਂ ਵੱਡੀ ਚੀਜ਼ ਕੀ ਹੈ, ਇਹ ਕੋਣ ਸਾਨੂੰ ਛੋਟਾ ਨਜ਼ਰ ਆ ਰਿਹਾ ਹੈ। ਠੀਕ ਹੈ ਜੀ, ਕਿਸੇ ਬੱਚੇ ਨੂੰ ਆਮ ਤੌਰ ਤੇ ਦੇਖੋ ਸਾਨੂੰ ਕੋਣਾਂ ਦੀ ਪਛਾਣ ਹੈਗੀ ਆ ਥੋੜੀ ਬਹੁਤ, ਲੇਕਿਨ ਆਪਾਂ ਦੇਖੋ ਆਪਾਂ ਨੂੰ ਛੋਟੀ ਕਲਾਸ ਵਿੱਚ ਆਪਾਂ ਕੀਤਾ ਹੈ 0 ਡਿਗਰੀ ਦਾ ਕੋਣ, 20 ਡਿਗਰੀ ਦਾ ਕੋਣ, 30 ਡਿਗਰੀ ਦਾ ਕੋਣ, 90 ਡਿਗਰੀ ਦਾ ਕੋਣ। ਠੀਕ ਹੈ ਜੀ, 180 ਡਿਗਰੀ ਦਾ ਕੋਣ, 120 ਡਿਗਰੀ ਦਾ ਕੋਣ। ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਪਹਿਲਾ ਜਿਹੜਾ ਕੋਣ ਹੈ ਉਹ ਸਾਡੇ ਕੋਲ ਇੱਥੇ ਆ ਰਿਹਾ ਹੈ। ਠੀਕ ਹੈ ਜੀ, ਇਹਨੂੰ ਆਪਾਂ ਕੀ ਬੋਲਦੇ ਹਾਂ? ਨਿਊਨ ਕੋਣ ਬੋਲਦੇ ਹਾਂ। ਦੂਸਰਾ ਕੋਣ ਜਿਹੜਾ ਹੈਗਾ ਉਹ ਲਗਭਗ ਬਿਲਕੁਲ ਸਟ੍ਰੇਟ ਲਾਈਨ ਸਿੱਧੀ ਰੇਖਾ ਬਣ ਗਈ ਹੈ, ਇਸ ਕਰਕੇ ਇਹਨੂੰ ਕੀ ਬੋਲਿਆ ਜਾਂਦਾ? ਸਰਲ ਕੋਣ ਬੋਲਿਆ ਜਾਂਦਾ ਹੈ। ਠੀਕ ਹੈ ਜੀ, ਇਹਨੂੰ ਕੀ ਬੋਲਦੇ ਹਾਂ ਆਪਾਂ? ਇਕੱਲਾ ਕੋਣ ਵੀ ਹੈ ਲੇਕਿਨ ਇਹਦਾ ਅਗਰ ਖਾਸ ਨਾਮ ਦੇਖੀਏ ਤਾਂ ਕੀ ਹੁੰਦਾ? ਨਿਊਨ ਕੋਣ। ਠੀਕ ਹੈ ਜੀ, ਆ ਦੇਖੋ ਜਿਹੜਾ ਕੋਣ 90 ਡਿਗਰੀ ਤੋਂ ਛੋਟਾ ਹੈ ਉਹਨੂੰ ਨਿਊਨ ਕੋਣ ਕਹਿ ਦਿੰਦੇ ਹਾਂ। ਜਿਹੜਾ 90 ਇਹਨੂੰ ਕੀ ਬੋਲਦੇ ਆ? ਸਮ ਕੋਣ। 90 ਡਿਗਰੀ ਵਾਲਾ ਜਿਹੜਾ ਹੈਗਾ ਉਹ ਸਮ ਕੋਣ ਹੋਏਗਾ, 90 ਡਿਗਰੀ ਤੋਂ ਛੋਟਾ ਹੋਏਗਾ ਤਾਂ ਨਿਊਨ ਦਾ ਮਤਲਬ ਹੀ ਛੋਟਾ ਹੁੰਦਾ ਹੈ, ਨਿਊਨ ਕੋਣ ਹੋਏਗਾ। ਤੇ ਜੇਕਰ ਕੋਈ ਕੋਣ 90 ਡਿਗਰੀ ਤੋਂ ਵੱਡਾ ਹੈ ਤਾਂ ਉਹਨੂੰ ਕੀ ਬੋਲਦੇ ਆ ਆਪਾਂ? ਅਧਿਕ ਕੋਣ। ਠੀਕ ਹੈ ਜੀ, ਆ ਚੀਜ਼ ਹੋ ਗਈ ਆਪਣੇ ਕੋਲ। ਸੋ ਆਪਣੇ ਕੋਲ ਤੇ ਕਿੰਨੀਆਂ ਚੀਜ਼ਾਂ ਹੋਈਆਂ? ਪਹਿਲੀ ਚੀਜ਼ ਜਿਹੜੀ 90 ਡਿਗਰੀ ਵਾਲੇ ਕੋਣ ਨੂੰ ਕਹਿੰਦਾ ਸਮਕੋਣ, ਇਹਨੂੰ ਇੱਕ ਮਾਪਕ ਦੇ ਤੌਰ ਤੇ ਲੈ ਲਿਆ ਸਮਕੋਣ ਨੂੰ। ਠੀਕ ਹੈ ਜੀ, ਸਮਕੋਣ ਤੋਂ ਜਿਹੜਾ ਛੋਟਾ ਹੋਏਗਾ ਉਹਨੂੰ ਕੀ ਬੋਲਾਂਗੇ? ਨਿਊਨ ਕੋਣ। ਸਮਕੋਣ ਤੋਂ ਜਿਹੜਾ ਵੱਡਾ ਹੋਏਗਾ ਉਹਨੂੰ ਕੀ ਬੋਲਾਂਗੇ? ਅਧਿਕ ਕੋਣ। ਤੇ ਜਿਹੜਾ ਬਿਲਕੁਲ ਜਦੋਂ ਦੋ ਕਿਰਨਾਂ ਇੱਕ ਦੂਜੇ ਦੇ ਉਲਟ ਦਿਸ਼ਾ ਵੱਲ ਹੋ ਜਾਣ, ਠੀਕ ਹੈ ਜੀ, ਦੇਖੋ ਬਿਲਕੁਲ ਉਲਟ ਦਿਸ਼ਾ ਵੱਲ ਹਨ, ਇਹਨੂੰ ਆਪਾਂ ਕੀ ਬੋਲਦੇ ਹਾਂ? ਸਰਲ ਕੋਣ ਬੋਲਦੇ ਹਾਂ। ਸੋ ਵਿਦਿਆਰਥੀਓ ਇਹ ਸੀ ਸਾਡੇ ਕੋਲ ਕੋਣਾਂ ਦੇ ਹਲਕੀ ਫੁਲਕੀ ਉਹ ਚੀਜ਼ ਜਿਹੜੀ ਆਪਾਂ ਪਿਛਲੀ ਕਲਾਸ ਦੇ ਵਿੱਚ ਜਾਂ ਹਜੇ ਤੱਕ ਆਪਾਂ ਜਿਹੜੀਆਂ ਚੀਜ਼ਾਂ ਹਲਕੀਆਂ ਫੁਲਕੀਆਂ ਦੇਖੀਆਂ। ਸੋ ਵਿਦਿਆਰਥੀਓ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਰੇਖਾਵਾਂ ਅਤੇ ਕੋਣਾਂ ਦੇ ਬਿਲਕੁਲ ਬੇਸਿਕ ਚੀਜ਼ ਕਿ ਰੇਖਾਵਾਂ ਕੀ ਹੁੰਦੀਆਂ ਹਨ, ਕਿੰਨੇ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਕੋਣ ਕੀ ਹੁੰਦੇ ਹਨ, ਕੋਣ ਕਿੰਨੇ ਤਰ੍ਹਾਂ ਦੇ ਹੋ ਸਕਦੇ ਹਨ, ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਓ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਹੈ ਇਹ ਪਸੰਦ ਆਇਆ ਹੋਵੇਗਾ ਤੇ ਸਮਝ ਵੀ ਆਇਆ ਹੋਵੇਗਾ। ਅਗਲੇ ਲੈਕਚਰ ਦੇ ਵਿੱਚ ਜੋ ਹੈ ਅਸੀਂ ਕੋਣਾਂ ਦੀਆਂ ਕਿਸਮਾਂ ਦੇ ਬਾਰੇ ਜਿਹੜਾ ਹੈਗਾ ਥੋੜਾ ਬਹੁਤ ਜਾਣਕਾਰੀ ਹਾਸਲ ਕਰਾਂਗੇ ਤੇ ਉਸ ਦੇ ਨਾਲ ਨਾਲ ਕੁਝ ਉਦਾਹਰਨਾਂ ਕਰਕੇ ਵੀ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਵਿਦਿਆਰਥੀ।